ਸਤਿ ਸ਼੍ਰੀ ਅਕਾਲ ਜੀ ਬੇਟਾ ਸਾਰਿਆਂ ਨੂੰ। ਅੱਜ ਆਪਾਂ 9th ਕਲਾਸ ਦਾ ਜੀਓਗ੍ਰਾਫੀ ਦਾ ਨੈਕਸਟ ਚੈਪਟਰ ਕਰਾਂਗੇ ਜੀ, ਡਰੇਨੇਜ ਸਿਸਟਮ। ਕਾਫੀ ਜ਼ਿਆਦਾ ਇੰਟਰਸਟਿੰਗ ਟੌਪਿਕ ਹੈ ਬੇਟਾ। ਇਹਦੇ ਵਿੱਚ ਤਕਰੀਬਨ ਆਪਾਂ ਸਾਰੇ ਹੀ ਤਰ੍ਹਾਂ ਦੇ ਜਿਹੜੇ ਕੁਐਸਚਨਸ ਨੇ ਤੁਹਾਡੇ ਚੈਪਟਰ ਦੇ ਸਿਲੇਬਸ ਦੇ ਉਹ ਸਾਰੇ ਕਵਰ ਕਰਾਂਗੇ ਔਰ ਦੇਖਾਂਗੇ ਕਿ ਇੰਡੀਆ ਦਾ ਜਿਹੜਾ ਡਰੇਨੇਜ ਸਿਸਟਮ ਹੈ ਉਹਦੇ ਜਿਹੜੇ ਡਿਫਰੈਂਟ ਆਸਪੈਕਟਸ ਨੇ ਉਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਸੋ ਲੈਟਸ ਸਟਾਰਟ ਵਿਦ ਦਾ ਡਰੇਨੇਜ ਸਿਸਟਮ। ਫਸਟ ਆਫ ਆਲ ਇੱਕ ਚੀਜ਼ ਜਿਹੜੀ ਹੈ ਕੁਐਸਚਨ ਉਹ ਆਉਂਦਾ ਹੈ ਬਈ ਕਿ ਇਹ ਡਰੇਨੇਜ ਸਿਸਟਮ ਅਸੀਂ ਬੋਲਦੇ ਕਿਸ ਨੂੰ, ਇਸ ਦਾ ਮਤਲਬ ਕੀ ਹੈ। ਤਾਂ ਡਰੇਨੇਜ ਸਿਸਟਮ ਕੀ ਹੈ ਬੇਟਾ, ਦੇਖੋ ਇਹ ਇੱਕ ਏਰੀਆ ਤੁਹਾਨੂੰ ਦਿਖਾਈ ਦੇ ਰਿਹਾ, ਦੇਖੋ ਮੈਪ ਦੇ ਉੱਪਰ ਇੱਕ ਉਹ ਬਲੂ ਕਲਰ ਦੇ ਵਿੱਚ ਨੇ ਜਿਹੜੀਆਂ ਉਹ ਰਿਵਰਸ ਜਾ ਰਹੀਆਂ ਨੇ। ਦਾ ਫਲੋ ਵਾਟਰ ਥਰੂ ਵੈਲ ਡਿਫਾਈਨਡ ਚੈਨਲ ਇਜ਼ ਨੋਨ ਐਜ਼ ਡਰੇਨੇਜ। ਇਹ ਇੱਕ ਰਸਤਾ ਬਣਿਆ ਹੋਇਆ ਹੈ, ਇਹ ਦੇਖੋ ਉਹਦੇ ਵਿੱਚ ਦੀ ਜਿਹੜੀ ਉਹ ਰਿਵਰ ਫਲੋ ਕਰ ਰਹੀ ਹੈ। ਤਾਂ ਇੱਕ ਵੈਲ ਡਿਫਾਈਨਡ ਚੈਨਲ ਹੈ ਜਿਹਦੇ ਵਿੱਚ ਦੀ ਪਾਣੀ ਵਗ ਰਿਹਾ ਹੈ, ਮਤਲਬ ਦਰਿਆ ਦਾ ਬਹਾਵ ਬਣਿਆ ਹੋਇਆ ਹੈ ਜਿਹਦੇ ਵਿੱਚ ਦੀ ਪਾਣੀ ਫਲੋ ਕਰ ਰਿਹਾ, ਤਾਂ ਉਹਨੂੰ ਆਪਾਂ ਬੋਲਦੇ ਹਾਂ ਡਰੇਨੇਜ, ਜਿਸ ਏਰੀਏ ਵਿੱਚ ਦਰਿਆ ਵਗ ਰਿਹਾ ਹੈ। ਔਰ ਜਦੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਉਹ ਦਰਿਆ ਨੇ ਉਹਨਾਂ ਨੂੰ ਆਪਾਂ ਕਲੈਕਟਿਵਲੀ ਜੋੜਦੇ ਹਾਂ ਜਾਂ ਇਕੱਠਿਆਂ ਨੂੰ ਆਪਾਂ ਜਦੋਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਅਸੀਂ ਬੋਲਦੇ ਹਾਂ ਡਰੇਨੇਜ ਸਿਸਟਮ। ਜਿਸ ਤਰ੍ਹਾਂ ਨਾਲ ਅਗਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਡੇ 5 ਦਰਿਆ ਵਗਦੇ ਨੇ, ਉਹਨਾਂ 5 ਦਰਿਆਵਾਂ ਨੂੰ ਕਲੈਕਟਿਵਲੀ ਆਪਾਂ ਬੋਲ ਦਿੰਦੇ ਹਾਂ ਇੰਡਸ ਰਿਵਰ ਡਰੇਨੇਜ ਸਿਸਟਮ। ਇੰਡਸ ਦੇ ਨਾਲ ਜਿਹੜੇ ਉਹ ਜਾ ਕੇ ਮਿਲਦੇ ਨੇ। ਸੋ ਇਨ ਨਟਸ਼ੈਲ ਡਰੇਨੇਜ ਸਿਸਟਮ ਕੀ ਹੈ ਬੇਟੇ, ਬਹੁਤ ਸਾਰੇ ਦਰਿਆ ਜਿਹੜੇ ਕਲੈਕਟਿਵਲੀ ਜੁੜੇ ਹੁੰਦੇ ਨੇ ਇੱਕ ਵੱਡੇ ਦਰਿਆ ਦੇ ਨਾਲ, ਉਹਨਾਂ ਨੂੰ ਆਪਾਂ ਉਹਨਾਂ ਦੇ ਪੂਰੇ ਉਸ ਕੋਰਸ ਨੂੰ ਅਸੀਂ ਬੋਲ ਦਿੰਦੇ ਹਾਂ ਡਰੇਨੇਜ ਸਿਸਟਮ। ਨੈਕਸਟ ਆਉਂਦਾ ਜੀ ਡਰੇਨੇਜ ਬੇਸਨ। ਡਰੇਨੇਜ ਬੇਸਨ ਜਿਹੜਾ ਉਹ ਕੀ ਚੀਜ਼ ਹੈ ਬੇਟੇ, ਦੇਖੋ ਲੁੱਕ ਐਟ ਦਿਸ, ਇਹ ਜਿਹੜੀ ਰੈੱਡ ਕਲਰ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਲਾਈਨ ਇਹ ਵਾਲੀਆਂ, ਇਹ ਕੀ ਹੈ, ਇਹ ਬੇਟੇ ਡਰੇਨੇਜ ਬੇਸਨ ਹੈ ਗੰਗਾ ਰਿਵਰ ਦਾ। ਮੇਨਲੀ ਕੀ ਚੀਜ਼ ਹੈ, ਕੈਚਮੈਂਟ ਏਰੀਆ। ਗੰਗਾ ਸਾਨੂੰ ਪਤਾ ਹੈ, ਦੇਖੋ ਇੱਥੋਂ ਸਟਾਰਟ ਕਰਕੇ ਉੱਤਰਾਖੰਡ ਤੋਂ ਔਰ ਇਸ ਤਰੀਕੇ ਨਾਲ ਫਲੋ ਕਰਦੀ ਹੋਈ ਇੱਧਰ ਜਾ ਕੇ ਬੰਗਲਾਦੇਸ਼ ਦੇ ਵਿੱਚ ਦੀ ਇਹ ਮਿਲ ਜਾਂਦੀ ਹੈ ਬੇ ਆਫ ਬੰਗਾਲ ਦੇ ਵਿੱਚ। ਤਾਂ ਇਹ ਜਿਹੜੇ ਵਾਲਾ ਬੇਟੇ ਪੂਰਾ ਏਰੀਆ ਹੈ ਇਹ ਕੀ ਹੈ, ਇਹ ਹੈ ਗੰਗਾ ਦਾ ਕੈਚਮੈਂਟ ਏਰੀਆ। ਇੱਥੋਂ ਡਿਫਰੈਂਟ ਟ੍ਰਿਬਿਊਟਰੀਜ਼ ਨਿਕਲਦੀਆਂ ਨੇ ਔਰ ਗੰਗਾ ਦੇ ਵਿੱਚ ਜਾ ਕੇ ਮਿਲਦੀਆਂ ਨੇ, ਗੰਗਾ ਨੂੰ ਆਪਣਾ ਜਿਹੜਾ ਪਾਣੀ ਉਹ ਦੇ ਦਿੰਦੀਆਂ ਨੇ। ਤਾਂ ਇਹ ਜੋ ਏਰੀਆ ਕੈਚਮੈਂਟ ਏਰੀਆ ਹੈ ਇਸ ਨੂੰ ਆਪਾਂ ਬੋਲਦੇ ਹਾਂ ਬੇਟੇ ਡਰੇਨੇਜ ਬੇਸਨ। ਔਰ ਰਿਵਰ ਗੰਗਾ ਜਿਹੜੀ ਹੈ ਉਸ ਦਾ ਡਰੇਨੇਜ ਬੇਸਨ ਜਿਹੜਾ ਹੈ ਉਹ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਹੈ ਬੱਚੇ, ਕਾਫੀ ਜ਼ਿਆਦਾ ਇੰਪੋਰਟੈਂਟ ਰਿਵਰ ਹੈ ਆਪਣੇ ਲਈ ਔਰ ਇਹਦੇ ਤੋਂ ਕਾਫੀ ਸਾਰੇ ਤੁਹਾਨੂੰ ਸਵਾਲ ਵੀ ਜਿਹੜੇ ਨੇ ਉਹ ਆਉਂਦੇ ਨੇ ਪੇਪਰਾਂ ਦੇ ਵਿੱਚ। ਇੰਡੀਅਨ ਡਰੇਨੇਜ ਸਿਸਟਮ ਨੂੰ ਆਪਾਂ ਅੱਗੇ ਨੈਕਸਟ ਨਾ ਡਿਵਾਈਡ ਕਰਦੇ ਹਾਂ ਦੋ ਪਾਰਟ ਦੇ ਵਿੱਚ। ਦੇਖੋ ਅਗਰ ਆਪਾਂ ਇੰਡੀਅਨ ਡਰੇਨੇਜ ਸਿਸਟਮ ਦੀ ਗੱਲ ਕਰਦੇ ਹਾਂ ਬੇਟੇ ਤਾਂ ਇਸ ਨੂੰ ਅਸੀਂ ਹਿੱਸੇ ਇੱਕ ਦੇ ਵਿੱਚ ਰੱਖਦੇ ਹਾਂ ਹਿਮਾਲਯਨ ਰਿਵਰਸ, ਔਰ ਉਹਦੇ ਹਿਮਾਲਯਨ ਰਿਵਰਸ ਦੇ ਵਿੱਚ ਕਿਹੜੇ ਆਉਂਦੇ ਨੇ, ਇੰਡਸ ਰਿਵਰ, ਗੰਗਾ ਰਿਵਰ ਸਿਸਟਮ, ਦੈਨ ਬੇਟੇ ਬ੍ਰਹਮਪੁੱਤਰਾ ਰਿਵਰ ਸਿਸਟਮ। ਇਹ ਤਿੰਨੋਂ ਹੀ ਜਿਹੜੇ ਨੇ ਤੁਹਾਡੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਹਿਮਾਲਯਨ ਰਿਵਰ ਸਿਸਟਮ ਦੀ। ਜੇਕਰ ਆਪਾਂ ਗੱਲ ਕਰਦੇ ਹਾਂ ਇੰਡਸ ਰਿਵਰ ਸਿਸਟਮ, ਗੰਗਾ ਰਿਵਰ ਸਿਸਟਮ, ਬ੍ਰਹਮਪੁੱਤਰਾ ਰਿਵਰ ਸਿਸਟਮ। ਉਸ ਤੋਂ ਬਾਅਦ ਬੇਟੇ ਆਪਾਂ ਗੱਲ ਕਰਦੇ ਹਾਂ ਪੈਨਿਸੂਲਰ ਰਿਵਰ ਸਿਸਟਮ ਦੀ। ਪੈਨਿਸੂਲਰ ਰਿਵਰ ਸਿਸਟਮ ਕਿਹੜਾ ਹੈ, ਜਨਰਲੀ ਜਿਹੜਾ ਤੁਹਾਡਾ ਇਹ ਵਾਲਾ ਸਾਊਥ ਇੰਡੀਆ ਵਾਲਾ ਹਿੱਸਾ ਹੈ ਜਿਹੜਾ, ਔਰ ਇਸ ਹਿੱਸੇ ਵਿੱਚ ਜਿਹੜੇ ਦਰਿਆ ਵਗਦੇ ਨੇ ਉਹ ਨੇ ਤੁਹਾਡੇ ਪੈਨਿਸੂਲਰ ਰਿਵਰ ਸਿਸਟਮ। ਔਰ ਇਹਨਾਂ ਨੂੰ ਅਸੀਂ ਦੋ ਪਾਰਟ ਦੇ ਵਿੱਚ ਡਿਵਾਈਡ ਕਰਦੇ ਹਾਂ। ਇੱਕ ਉਹ ਨੇ ਬੇਟਾ ਜਿਹੜੇ ਵੈਸਟ ਫਲੋਇੰਗ ਰਿਵਰਸ ਨੇ, ਵੈਸਟ ਵੱਲ ਫਲੋ ਕਰਦੇ ਨੇ, ਠੀਕ ਹੈ, ਔਰ ਇੱਕ ਉਹ ਨੇ ਜਿਹੜੇ ਈਸਟ ਵੱਲ ਫਲੋ ਕਰਦੇ ਨੇ। ਇਹਨਾਂ ਨੂੰ ਅਸੀਂ ਦੋ ਪਾਰਟ ਦੇ ਵਿੱਚ ਡਿਵਾਈਡ ਕਰਦੇ ਹਾਂ ਔਰ 1 ਬਾਏ 1 ਆਪਾਂ ਨੈਕਸਟ ਸਲਾਈਡਸ ਦੇ ਵਿੱਚ ਇਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਇੱਕ ਜਿਹੜਾ ਇੰਪੋਰਟੈਂਟ ਕੁਐਸਚਨ ਤੁਹਾਨੂੰ ਇੱਥੇ ਆਉਂਦਾ ਹੈ, ਆਪਾਂ ਡਿਵਾਈਡ ਕੀਤੇ ਨਾ ਹੁਣੇ ਆਪਾਂ ਜਿਹੜੇ ਸਾਡੇ ਰਿਵਰ ਸੀਗੇ ਉਹਨਾਂ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕਰ ਦਿੱਤਾ। ਇੱਕ ਅਸੀਂ ਡਿਵਾਈਡ ਕੀਤੇ ਜੀ ਹਿਮਾਲਯਨ ਰਿਵਰ ਔਰ ਇੱਕ ਜਿਹੜੇ ਨੇ ਅਸੀਂ ਉਹ ਬਣਾਏ ਨੇ ਤੁਹਾਡੇ ਪੈਨਿਸੂਲਰ ਰਿਵਰ। ਡਿਫਰੈਂਸ ਕੀ ਹੈ ਇਹਨਾਂ ਦੋਨਾਂ ਦਾ, ਇਹਦੇ ਤੋਂ ਤੁਹਾਨੂੰ ਕੁਐਸਚਨ ਆਉਂਦਾ ਹੈ, ਕਾਫੀ ਜ਼ਿਆਦਾ ਮੇਨ ਕੁਐਸਚਨ ਹੁੰਦਾ ਹੈ ਔਰ ਬਹੁਤ ਵਾਰ ਐਗਜ਼ਾਮਸ ਦੇ ਵਿੱਚ ਪੁੱਛਿਆ ਜਾਂਦਾ ਹੈ। ਜਨਰਲੀ ਤੁਹਾਨੂੰ ਵੈਸੇ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਹਿਮਾਲਿਆਜ਼ ਰਿਵਰ ਨੇ ਔਰ ਜਿਹੜੇ ਪੈਨਿਸੂਲਰ ਰਿਵਰ ਨੇ ਉਹਨਾਂ ਦਾ ਡਿਫਰੈਂਸ ਜਿਹੜਾ ਉਹ ਕੀ ਹੈ। ਦੇਖੋ ਬੇਟੇ ਸਭ ਤੋਂ ਵੱਡਾ ਔਰ ਮੇਜਰ ਡਿਫਰੈਂਸ ਇਹ ਹੈ ਕਿ ਜਿੰਨੇ ਵੀ ਹਿਮਾਲਯਨ ਰਿਵਰਸ ਨੇ ਉਹਨਾਂ ਨੂੰ ਜਿਹੜਾ ਵਾਟਰ ਹੈ ਉਹ ਕਿੱਥੋਂ ਮਿਲਦਾ ਹੈ, ਉਹ ਬੇਟੇ ਮਿਲਦਾ ਹੈ ਸਨੋ ਤੋਂ ਔਰ ਰੇਨ ਤੋਂ, ਦੋਨਾਂ ਤੋਂ ਹੀ, ਠੀਕ ਹੈ। ਸਨੋ ਤੋਂ ਕਿਵੇਂ, ਹਿਮਾਲਿਆਸ ਜਿਹੜੇ ਨੇ ਆਪਾਂ ਉਹਨਾਂ ਦਾ ਮਤਲਬ ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ। ਜਿਹੜਾ ਸੈਕਿੰਡ ਚੈਪਟਰ ਜਦੋਂ ਆਪਾਂ ਕਰਾਂਗੇ ਉਹਦੇ ਵਿੱਚ ਆਏਗਾ ਹਿਮਾਲਿਆਸ ਦਾ ਮੀਨਿੰਗ ਕਿ ਉਹ ਕੀ ਹੈ। ਹਿਮਾਲਿਆ ਮਤਲਬ ਬਰਫ਼ ਦਾ ਘਰ, ਬਹੁਤ ਵੱਡੇ ਗਲੇਸ਼ੀਅਰ ਬਣੇ ਹੋਏ ਨੇ ਹਿਮਾਲਿਆਸ ਦੇ ਵਿੱਚ। ਉਹ ਕੀ ਕਰਦੇ ਨੇ, ਕੰਟੀਨਿਊਲੀ ਜਦੋਂ ਉਹ ਮਿਲਟ ਹੁੰਦੇ ਨੇ ਤਾਂ ਉਹਨਾਂ ਤੋਂ ਕੁਝ ਪਾਣੀ ਜਿਹੜਾ ਹੈ ਉਹ ਦਰਿਆਵਾਂ ਨੂੰ ਮਿਲਦਾ ਜਾਂਦਾ ਹੈ ਔਰ ਉਹ ਦਰਿਆ ਜਿਹੜੇ ਨੇ ਸਾਰਾ ਸਾਲ ਉਹ ਜਿਹੜੇ
ਚੱਲਦੇ ਰਹਿੰਦੇ ਨੇ। ਲੇਕਿਨ ਜਿਹੜੇ ਪੈਨਿਸੂਲਰ ਰਿਵਰ ਨੇ ਅਗਰ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਿਰਫ ਮਿਲਦਾ ਹੈ ਵਰਖਾ ਦਾ ਪਾਣੀ ਮਿਲਦਾ ਹੈ। ਹੁਣ ਦੇਖੋ ਇਹ ਸਿਰਫ ਹੈਗੇ ਨੇ ਬੇਟੇ ਰੇਨ ਦੇ ਉੱਪਰ ਡਿਪੈਂਡੈਂਟ, ਤਾਂ ਇਹ ਕਦੋਂ ਵਗਣਗੇ, ਜਦੋਂ ਰੇਨ ਦਾ ਸੀਜ਼ਨ ਹੋਏਗਾ। ਸੋ ਦੈਟਸ ਵਾਈ ਦਾ ਪੈਨਿਸੂਲਰ ਰਿਵਰਸ ਆਰ ਸੀਜ਼ਨਲ, ਕਿ ਇਹ ਸਿਰਫ ਤੇ ਸਿਰਫ ਕਦੋਂ ਵਗਦੇ ਨੇ, ਜਦੋਂ ਬਰਸਾਤਾਂ ਦਾ ਸੀਜ਼ਨ ਹੁੰਦਾ ਹੈ, ਰਾਈਟ। ਲੇਕਿਨ ਹਿਮਾਲਯਨ ਰਿਵਰਸ ਨੇ ਉਹਨਾਂ ਨੂੰ ਦੋਨੋਂ ਤਰ੍ਹਾਂ ਨਾਲ ਜਿਹੜਾ ਹੈ ਉਹ ਆਪਣਾ ਸੋਰਸ ਤੋਂ ਪਾਣੀ ਮਿਲਦਾ ਹੈ। ਕਿਹੜੇ ਕਿਹੜੇ ਤਰੀਕੇ ਨੇ ਉਹਨਾਂ ਨੂੰ ਬੇਟੇ? ਮਿਲ ਰਿਹਾ ਹੈ ਸਨੋ ਤੋਂ ਵੀ ਪਾਣੀ ਮਿਲ ਰਿਹਾ ਹੈ, ਰੇਨ ਤੋਂ ਵੀ ਪਾਣੀ ਮਿਲ ਰਿਹਾ ਹੈ। ਸੋ ਦੇ ਆਰ ਪੈਰੀਨੀਅਲ। ਪੈਰੀਨੀਅਲ ਮਤਲਬ ਜਿਹੜੇ ਸਾਰਾ ਸਾਲ ਵਗਦੇ ਰਹਿੰਦੇ ਨੇ। ਔਰ ਪੈਨਿਸੂਲਰ ਰਿਵਰ ਕਿਹੜੇ ਨੇ? ਸੀਜ਼ਨਲ। ਹਿਮਾਲਯਨ ਰਿਵਰਸ ਦੀ ਇੱਕ ਹੋਰ ਖਾਸੀਅਤ ਬੇਟੇ, ਇਹਨਾਂ ਦੀ ਲੈਂਥ ਜਰਨਲੀ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਲੰਬੀ ਹੈ। ਲੇਕਿਨ ਜਿਹੜੇ ਪੈਨਿਸੂਲਰ ਰਿਵਰ ਨੇ ਉਹਨਾਂ ਦੀ ਲੈਂਥ ਇੰਨੀ ਜ਼ਿਆਦਾ ਲੰਬੀ ਨਹੀਂ ਹੈ। ਦੇ ਹੈਵ ਸ਼ਾਰਟ ਲੈਂਥ ਬਟ ਨਾਟ ਆਲ। ਅਗਰ ਆਪਾਂ ਗੱਲ ਕਰੀਏ ਗੋਦਾਵਰੀ ਰਿਵਰ ਦੀ ਬੇਟੇ, ਤਾਂ ਉਹ ਬਹੁਤ ਜ਼ਿਆਦਾ ਉਸ ਰਿਵਰ ਦੀ ਲੈਂਥ ਹੈ। ਇਨਫੈਕਟ ਉਹ ਉਸ ਨੂੰ ਜਿਹੜਾ ਹੈ ਆਪਾਂ ਓਲਡ ਗੰਗਾ ਵੀ ਕਹਿ ਦਿੰਦੇ ਹਾਂ, ਗੰਗਾ ਦੇ ਇਕੁਅਲੀ ਉਹਨੂੰ ਰੱਖਿਆ ਜਾਂਦਾ ਹੈ। ਦ ਨੈਕਸਟ ਡਿਫਰੈਂਸ ਇਜ਼ ਹਿਮਾਲਯਨ ਰਿਵਰਸ ਹੈਵ ਲਾਰਜ ਅਮਾਊਂਟ ਆਫ ਸੈਂਡੀਮੈਂਟਸ। ਸੈਂਡੀਮੈਂਟਸ ਕੀ ਨੇ? ਜਦੋਂ ਰਿਵਰਸ ਉਹ ਜਿਹੜੀ ਨੇ ਨਿਕਲ ਕੇ ਆ ਰਹੇ ਨੇ ਪਹਾੜਾਂ ਤੋਂ, ਆਪਣੇ ਨਾਲ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਲੈ ਕੇ ਆ ਰਹੇ ਨੇ, ਕਿਉਂਕਿ ਪਾਣੀ ਦਾ ਬਹਾਅ ਬਹੁਤ ਤੇਜ਼ ਹੁੰਦਾ ਹੈ। ਤਾਂ ਪਾਣੀ ਦੇ ਵਿੱਚ ਬਹੁਤ ਸਾਰੇ ਕਣ ਜਿਹੜੇ ਨੇ ਘੁਲ ਕੇ ਆਉਂਦੇ ਨੇ, ਉਹ ਸੈਂਡੀਮੈਂਟਸ ਹੁੰਦੇ ਨੇ, ਜਿਹੜੇ ਕਿ ਆਣ ਕੇ ਅੱਗੇ ਖੇਤਾਂ ਜਿਹੜੀਆਂ ਜ਼ਮੀਨ ਦੇ ਵਿੱਚ ਦਰਿਆ ਆਪਣਾ ਜਦੋਂ ਉਹ ਪਲੇਨਸ ਦੇ ਵਿੱਚ ਐਂਟਰ ਕਰ ਦਿੰਦਾ ਹੈ, ਤਾਂ ਹੌਲੀ ਹੌਲੀ ਉਹਨਾਂ ਚੀਜ਼ਾਂ ਨੂੰ ਡਿਪੋਜ਼ਿਟ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਹਦੇ ਨਾਲ ਅਲੂਵੀਅਲ ਸੋਇਲ ਵਗੈਰਾ ਬਣਦੀਆਂ ਨੇ। ਔਰ ਜਿਹੜੇ ਪੈਨਿਸੂਲਰ ਰਿਵਰ ਨੇ ਬੇਟਾ, ਇਹਨਾਂ ਦੇ ਵਿੱਚ ਇਹ ਅਮਾਊਂਟ ਜਿਹੜਾ ਹੈ ਉਹ ਬਹੁਤ ਜ਼ਿਆਦਾ ਘੱਟ ਹੁੰਦਾ ਹੈ। ਦੇ ਹੈਵ ਲੈਸ ਅਮਾਊਂਟ ਆਫ ਸੈਂਡੀਮੈਂਟਸ। ਦਾ ਨੈਕਸਟ ਮੋਸਟ ਮੇਜਰ ਡਿਫਰੈਂਸ ਜਿਹੜਾ ਆ ਜਾਂਦਾ, ਦੇ ਫਾਰਮ ਡੈਲਟਾ। ਹਿਮਾਲਯਨ ਰਿਵਰਸ ਜਿਹੜੇ ਨੇ ਉਹ ਜਨਰਲੀ ਸਾਰੇ ਦੇ ਸਾਰੇ ਹੀ ਡੈਲਟਾ ਫਾਰਮ ਕਰਦੇ ਨੇ, ਬਟ ਜਿਹੜੇ ਪੈਨਿਸੂਲਰ ਰਿਵਰ ਨੇ ਬੇਟਾ ਉਹ ਐਸਚੁਰੀਜ਼ ਬਣਾਉਂਦੇ ਨੇ, ਡੈਲਟਾ ਨਹੀਂ ਬਣਾਉਂਦੇ। ਦੋ ਫੇਮਸ MCQ ਕੁਐਸਚਨਸ ਜਿਹੜੇ ਤੁਹਾਨੂੰ ਆਉਂਦੇ ਨੇ ਬੇਟੇ। ਫਰਸਟ ਵਨ, ਰਿਵਰਸ ਕਿਹੜੀ ਹੈ ਜਿਹੜੀ ਵੈਸਟ ਫਲੋਇੰਗ ਹੈ ਔਰ ਐਸਚੁਰੀ ਫਾਰਮ ਕਰਦੀ ਹੈ? ਤਾਂ ਇੰਡੀਆ ਦੀਆਂ ਦੋ ਰਿਵਰਸ ਬੇਟਾ ਜਿਹੜੀਆਂ ਵੈਸਟ ਵੱਲ ਫਲੋਇੰਗ ਨੇ ਔਰ ਐਸਚੁਰੀ ਫਾਰਮ ਕਰਦੀਆਂ ਨੇ, ਦੇ ਆਰ ਮੋਸਟ ਇੰਪੋਰਟੈਂਟ। ਉਹ ਰਿਵਰਸ ਤੋਂ ਜਨਰਲੀ ਕੁਐਸਚਨ ਪੁੱਛਿਆ ਜਾਂਦਾ ਹੈ ਐਸਚੁਰੀ ਬਣਾਉਣ ਵਾਲੀਆਂ। ਫਰਸਟ ਵਨ ਇਜ਼ ਨਰਮਦਾ, ਸੈਕਿੰਡ ਵਨ ਇਜ਼ ਤਾਪਤੀ। ਇਹਨਾਂ ਦੋਨਾਂ ਰਿਵਰਸ ਤੋਂ ਤੁਹਾਨੂੰ ਜਿਹੜੇ ਨੇ ਉਹ ਸਵਾਲ ਆਉਂਦੇ ਨੇ। ਸੋ ਮੇਕ ਸ਼ੋਰ ਇਹ ਜਿਹੜੇ ਇਹ ਵਾਲੇ ਆਪਾਂ ਡਿਫਰੈਂਸ ਬੇਟਾ ਇਸ ਸਲਾਈਡ ਦੇ ਵਿੱਚ ਕੀਤੇ ਨੇ, ਇਹਨਾਂ ਨੂੰ ਜ਼ਰੂਰ ਯਾਦ ਰੱਖਿਓ, ਕਿਉਂਕਿ ਇਹਨਾਂ ਤੋਂ ਤੁਹਾਨੂੰ ਜਿਹੜਾ ਕੁਐਸਚਨ ਉਹ ਆਉਂਦਾ ਹੈ। ਔਰ ਕੁਐਸਚਨ ਵੀ ਜਿਹੜਾ ਹੈ ਉਹ ਮਤਲਬ ਸ਼ਾਰਟ ਨਹੀਂ, ਲਾਰਜ ਦੇ ਵਿੱਚ ਲੌਂਗ ਕੁਐਸਚਨਸ ਦੇ ਵਿੱਚ ਜਿਹੜਾ ਉਹ ਆ ਜਾਂਦਾ ਹੈ। ਨੈਕਸਟ ਆ ਜਾਂਦੀ ਹੈ ਬੇਟਾ ਜਿਹੜੇ ਡਰੇਨੇਜ ਪੈਟਰਨਸ ਜਿਹੜੇ ਨੇ ਉਹ ਕਿੰਨੀ ਤਰ੍ਹਾਂ ਦੇ ਹੋ ਸਕਦੇ ਨੇ। ਆਪਾਂ ਪੜ੍ਹ ਕੇ ਆਏ ਹਾਂ ਡਰੇਨੇਜ ਪੈਟਰਨ ਜਿਹੜਾ ਹੈ ਉਹ ਕੀ ਚੀਜ਼ ਹੁੰਦੀ ਹੈ। ਜਿਹੜੇ ਇੱਕ ਉਹ ਜਿਹੜੇ ਵੈਲ ਡਿਫਾਈਨ ਜਿਹੜਾ ਚੈਨਲ ਜਿਹਦੇ ਵੱਲ ਦੀ ਪਾਣੀ ਵਗਦਾ ਹੈ ਜਿੱਥੋਂ ਦੀ ਹਮੇਸ਼ਾ ਉਹਨੂੰ ਆਪਾਂ ਡਰੇਨੇਜ ਬੋਲਦੇ ਹਾਂ। ਔਰ ਜੋ ਉਸ ਤਰ੍ਹਾਂ ਦੇ ਬਹੁਤ ਸਾਰੇ ਡਰੇਨੇਜ ਪੈਟਰਨਸ ਜਿਹੜੇ ਡਰੇਨੇਜ ਹੁੰਦੇ ਨੇ ਉਹਨਾਂ ਦੇ ਕਲੈਕਸ਼ਨ ਨੂੰ ਆਪਾਂ ਬੋਲਦੇ ਨੇ ਡਰੇਨੇਜ ਪੈਟਰਨ। ਸੋ ਇਹਨਾਂ ਦੀਆਂ ਕੁਝ ਟਾਈਪਸ ਹੁੰਦੀਆਂ ਨੇ। ਇਹਨਾਂ ਟਾਈਪਸ ਤੋਂ ਵੀ ਤੁਹਾਨੂੰ ਕੁਐਸਚਨ ਆ ਜਾਏਗਾ, ਇਹਨਾਂ ਦੀ ਡੈਫੀਨੇਸ਼ਨ ਦੇ ਕੇ ਪੁੱਛ ਲਿਆ ਜਾਏਗਾ ਕਿ ਇਹ ਕਿਸ ਤਰ੍ਹਾਂ ਦੀ ਡਰੇਨੇਜ ਪੈਟਰਨ ਜਿਹੜੀ ਹੈ ਉਹ ਹੈ। ਜਿਸ ਤਰ੍ਹਾਂ ਉਹਨਾਂ ਨੇ ਕੁਐਸਚਨ ਦੇ ਦਿੱਤਾ, ਰਿਜ਼ੈਂਬਲਿੰਗ ਲਾਈਕ ਬ੍ਰਾਂਚਸ ਆਫ ਟਰੀ ਜਿਹੜੇ ਨੇ ਇਹ ਕਿਸ ਤਰ੍ਹਾਂ ਦੀ ਡਰੇਨੇਜ ਪੈਟਰਨ ਨੂੰ ਜਿਹੜਾ ਹੈ ਉਹ ਜਿਹੜਾ ਐਕਸਪਲੇਨ ਕਰ ਰਿਹਾ, ਤਾਂ ਤੁਹਾਡਾ ਆਨਸਰ ਕੀ ਹੋਏਗਾ? ਡੈਂਟ੍ਰਿਕ। ਸੋ ਦੇ ਆਰ 4 ਟਾਈਪ ਆਫ ਡਰੇਨੇਜ ਪੈਟਰਨ। ਡੈਂਡੈਟ੍ਰਿਕ ਜਿਹੜੀ ਹੈ ਰਿਸੈਂਬਲਿੰਗ ਲਾਈਕ ਬ੍ਰਾਂਚਸ ਆਫ ਟਰੀ। ਨੈਕਸਟ ਸਲਾਈਡ ਦੇ ਵਿੱਚ ਆਪਾਂ ਇਹਨਾਂ ਨੂੰ ਪਿਕਚਰ ਜਿਹੜੀਆਂ ਉਹ ਦੇਖੋਗੇ ਤਾਂ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ। ਰੇਡੀਅਲ, ਵੈਨ ਸਟਰੀਮ ਫਲੋ ਇਨ ਡਿਫਰੈਂਟ ਡਾਇਰੈਕਸ਼ਨ ਫਰੋਮ ਅ ਸੈਂਟਰਲ ਪੀਕ ਔਰ ਡੋਮ ਲਾਈਕ ਸਟਰਕਚਰ। ਜਦੋਂ ਇੱਕ ਜਿਹੜੀ ਪੀਕ ਹੈ, ਮੰਨ ਲਓ ਇਹ ਇੱਕ ਪੀਕ ਹੈ, ਇਸ ਪੀਕ ਤੋਂ ਜਿਹੜੀਆਂ ਨੇ ਇੱਧਰ ਨੂੰ ਵੀ ਦਰਿਆ ਵਗ ਰਹੇ ਨੇ, ਇੱਧਰ ਨੂੰ ਵੀ ਦਰਿਆ ਵਗ ਰਿਹਾ, ਇਸ ਸਾਈਡ ਵੱਲ ਵੀ ਵਗ ਰਿਹਾ ਹੈ, ਤਾਂ ਇਹ ਜਿਹੜਾ ਹੈ ਇਸ ਨੂੰ ਕੀ ਬੋਲਦੇ ਹਾਂ ਆਪਾਂ? ਇਸ ਨੂੰ ਬੋਲਦੇ ਹਾਂ ਰੇਡੀਅਲ। ਨੈਕਸਟ ਆ ਜਾਂਦਾ ਹੈ ਟ੍ਰੇਲਸ। When the primary tributary of river flow parallel to each other and secondary tributaries join them at right angle। ਇੱਕ ਜੀ ਹੈ ਪ੍ਰਾਇਮਰੀ ਟ੍ਰਿਬਿਊਟਰੀ ਹੈ, ਇਹ ਜਾ ਰਹੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜੀਆਂ ਨੇ ਉਹ ਹੋਰ ਜਿਹੜੀਆਂ ਨੇ ਆਣ ਕੇ ਰਿਵਰ ਜਿਹੜੇ ਉਹ ਮਿਲ ਰਹੇ ਨੇ, ਇਹਨਾਂ ਨੂੰ ਆਪਾਂ ਟ੍ਰੇਲਸ ਬੋਲਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਹੈ ਰੂਟੈਂਗੂਲਰ। ਇਹ ਬੇਟੇ ਜਨਰਲੀ ਜਿਹੜਾ ਰੂਟੈਂਗੂਲਰ ਵਾਲਾ ਤੁਹਾਡਾ ਪੈਟਰਨ ਹੈ ਇਹ ਬਣਦਾ ਹੈ ਜ਼ਿਆਦਾਤਰ ਜਿੱਥੇ ਪਥਰੀਲੀ ਜ਼ਮੀਨ ਵਗੈਰਾ ਹੁੰਦੀ ਹੈ ਉਸ ਏਰੀਆਜ਼ ਦੇ ਵਿੱਚ। ਸੋ ਮੇਜਰ ਇੰਪੋਰਟੈਂਟ ਜਿਹੜੇ ਡਰੇਨੇਜ ਪੈਟਰਨ ਨੇ ਉਹ ਇਹੀ ਨੇ 4, ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ ਇਸ ਡੈਫੀਨੇਸ਼ਨ ਤੋਂ। ਨੈਕਸਟ ਬੇਟੇ ਇਹ ਦੇਖੋ, ਸਭ ਤੋਂ ਪਹਿਲਾਂ ਆਪਾਂ ਡੈਂਟ੍ਰਿਕ ਟਾਈਪ ਦੀ ਜਿਹੜੀ ਸੀ ਉਹ ਗੱਲ ਕੀਤੀ, ਤਾਂ ਇਹ ਇੱਕ ਟਰੀ ਨੂੰ ਰਿਜ਼ੈਂਬਲ ਕਰ ਰਿਹਾ ਹੈ, ਦਰਖਤ ਦੀ ਤਰ੍ਹਾਂ ਨਾਲ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਰੇਡੀਅਲ ਦੀ ਗੱਲ ਕਰਦੇ ਹਾਂ। ਰੇਡੀਅਲ ਦੀ ਗੱਲ ਕਰਦੇ ਹੋ ਤਾਂ ਇਹ ਦੇਖੋ, ਇਹ ਇੱਕ ਤੁਹਾਡੇ ਕੋਲ ਉਹ ਹੈ ਪੀਕ। ਇਸ ਪੀਕ ਤੋਂ ਦੇਖੋ ਇਹ ਇੱਧਰ ਨੂੰ ਵੀ ਇੱਕ ਆ ਰਿਹਾ ਰਿਵਰ, ਇੱਕ ਇਹ ਜਾ ਰਿਹਾ ਹੈ, ਇੱਧਰ ਦੀ ਵੀ ਰਿਵਰ ਬਣ ਰਿਹਾ ਹੈ, ਇੱਧਰ ਦੀ ਵੀ ਰਿਵਰ ਫਾਰਮ ਹੋ ਰਿਹਾ ਹੈ, ਇੱਥੋਂ ਦੀ ਵੀ ਜਿਹੜਾ ਰਿਵਰ ਉਹ ਨਿਕਲ ਕੇ ਜਾ ਰਿਹਾ। ਤਾਂ ਇਹਨੂੰ ਆਪਾਂ ਬੋਲਦੇ ਹਾਂ ਰੇਡੀਅਲ ਪੈਟਰਨ, ਮਤਲਬ ਗੋਲ ਹਰ ਪਾਸੇ ਤੋਂ ਜਿਹੜੀ ਉਹ ਰਿਵਰ ਨਿਕਲ ਕੇ ਜਾ ਰਹੀ ਹੈ। ਅਗਰ ਆਪ ਇਸ ਨੂੰ ਤੁਸੀਂ ਜਿਹੜੀ ਉਹ ਡਰੋਨ ਵਾਲੀ ਜਿਹੜਾ ਹੈ ਉੱਪਰ ਤੋਂ ਲੈ ਕੇ ਵੇਖੋਗੇ ਡਰੋਨ ਵਾਲਾ ਵਿਊ, ਤਾਂ ਉਹ ਇਸ ਤਰ੍ਹਾਂ ਦਾ ਵਿਊ ਆਏਗਾ ਇਸ ਦਾ।
ਉਸ ਤੋਂ ਬਾਅਦ ਨੈਕਸਟ ਜਿਹੜਾ ਆਪਾਂ ਦੇਖਿਆ ਸੀ ਰੈਕਟੈਂਗੂਲਰ ਪੈਟਰਨ, ਇਹ ਦੇਖੋ ਇਹ ਇੱਕ ਰੈਕਟੈਂਗਲ ਦੀ ਤਰ੍ਹਾਂ ਨਾਲ ਜਿਹੜਾ ਉਹ ਬਣ ਰਿਹਾ ਹੈ, ਔਰ ਜਿਹੜੀ ਟ੍ਰੇਲ ਸੀਗੀ ਇਹ ਦੇਖੋ ਇਹ ਇੱਕ ਮੇਨ ਜਿਹੜੀ ਉਹ ਰਿਵਰ ਵਗ ਰਹੀ ਹੈ। ਇਸ ਮੇਨ ਰਿਵਰ ਨੂੰ ਜਿਹੜਾ ਹੈ ਇੱਧਰ ਤੋਂ ਆਣ ਕੇ ਜਿਹੜੀਆਂ ਨੇ ਉਹ 90 ਡਿਗਰੀ ਦੇ ਐਂਗਲ 'ਤੇ ਇਸ ਤਰੀਕੇ ਨਾਲ ਜਿਹੜੀਆਂ ਉਹ ਦੂਜੀਆਂ ਰਿਵਰ ਜਿਹੜੀਆਂ ਉਹ ਮਿਲ ਰਹੀਆਂ ਨੇ। ਸੋ ਆਈ ਹੋਪ ਕਿ ਤੁਹਾਨੂੰ ਇੱਥੋਂ ਪਿਕਚਰਸ ਨੂੰ ਦੇਖ ਕੇ ਜਿਹੜਾ ਡਰੇਨੇਜ ਪੈਟਰਨ ਹੋਰ ਵੀ ਜ਼ਿਆਦਾ ਵਧੀਆ ਜਿਹੜੇ ਨੇ ਉਹ ਤਿਆਰ ਹੋ ਗਏ ਹੋਣਗੇ ਤੁਹਾਡੇ। ਅਗਰ ਤੁਸੀਂ ਇਹਨਾਂ ਦੀ ਹੋਰ ਜ਼ਿਆਦਾ ਵਧੀਆ ਡਿਟੇਲ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੀ NCERT ਬੁੱਕ ਦੇ ਉੱਪਰ ਬੇਟਾ ਇਹਨਾਂ ਨੂੰ ਉਹਨਾਂ ਨੇ ਵਧੀਆ ਤਰੀਕੇ ਨਾਲ ਦਿੱਤਾ ਹੋਇਆ ਹੈ, ਤੁਸੀਂ ਉੱਥੋਂ ਪੜ੍ਹ ਕੇ ਇਹਨਾਂ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਯਾਦ ਕਰ ਸਕਦੇ ਹੋ। ਦੇਖੋ ਬੇਟਾ ਅਗਰ ਤੁਸੀਂ ਇਹਨਾਂ ਵੀਡੀਓਜ਼ ਨੂੰ ਔਰ ਆਪਣੇ NCERT ਉਸ ਬੁੱਕ ਨੂੰ ਪੜ੍ਹ ਲੈਂਦੇ ਹੋ, ਉਹ ਨਾਲ ਚੈਪਟਰ ਨੂੰ ਪੜ੍ਹ ਕੇ ਔਰ ਇਸ ਵੀਡੀਓ ਨੂੰ ਦੇਖਦੇ ਹੋ, ਤਾਂ ਤੁਹਾਡੀਆਂ ਸਾਰੇ ਜਿਹੜੇ ਕਨਸੈਪਟਸ ਨੇ ਉਹ ਵਧੀਆ ਤਰੀਕੇ ਨਾਲ ਕਲੀਅਰ ਹੋ ਜਾਣਗੇ। ਐਂਡ ਆਈ ਪ੍ਰੋਮਿਸ ਕਿ ਦੈਨ ਤੁਹਾਨੂੰ ਐਗਜ਼ਾਮਸ ਦੇ ਟਾਈਮ ਦੇ ਦੌਰਾਨ ਦੁਬਾਰਾ ਰਿਵੀਜ਼ਨ ਦੇ ਉੱਪਰ ਬਹੁਤ ਜ਼ਿਆਦਾ ਫੋਕਸ ਨਹੀਂ ਕਰਨਾ ਪਏਗਾ, ਚੈਪਟਰ ਤੁਹਾਡਾ ਆਸਾਨੀ ਨਾਲ ਟਿਪਸ ਦੇ ਉੱਪਰ ਹੋ ਜਾਏਗਾ। ਜਸਟ ਇੱਕ ਵਾਰ ਤੁਸੀਂ ਆਪਣੀ NCERT ਨੂੰ ਰੀਡ ਕਰਨਾ ਹੈ ਔਰ ਇਹਨਾਂ ਵੀਡੀਓਜ਼ ਨੂੰ ਨਾਲ ਮਿਲਾ ਕੇ ਦੇਖਣਾ ਹੈ, ਤੁਹਾਡਾ ਚੈਪਟਰ ਵਧੀਆ ਤਰੀਕੇ ਨਾਲ ਤਿਆਰ ਹੋ ਜਾਏਗਾ। ਕਿਸੇ ਵੀ ਤਰ੍ਹਾਂ ਦਾ ਕੁਐਸਚਨ ਐਗਜ਼ਾਮੀਨਰ ਪੁੱਛ ਲਵੇ ਫੈਕਚੁਅਲ ਜਾਂ ਕਨਸੈਪਚੁਅਲ ਬੇਸ, ਤੁਸੀਂ ਉਹਨਾਂ ਦੇ ਆਨਸਰ ਦੇ ਸਕੋਗੇ। ਨੈਕਸਟ ਬੇਟੇ ਆਪਾਂ ਹੁਣ 1 ਬਾਏ 1 ਜਿਹੜੇ ਆਪਾਂ ਹਿਮਾਲਯਨ ਰਿਵਰਸ ਜਿਹੜੇ ਪੜ੍ਹੇ ਨੇ, ਇੰਡਸ ਰਿਵਰ ਸਿਸਟਮ, ਸਤਲੁਜ ਔਰ ਦੈਨ ਗੰਗਾ ਰਿਵਰ ਸਿਸਟਮ ਐਂਡ ਦੈਨ ਬ੍ਰਹਮਪੁੱਤਰਾ ਰਿਵਰ ਸਿਸਟਮ, ਉਹਨਾਂ ਤਿੰਨਾਂ ਨੂੰ ਆਪਾਂ 1 ਬਾਏ 1 ਡਿਸਕਸ ਕਰਾਂਗੇ। ਸੋ ਫਸਟ ਆਫ ਆਲ ਇਜ਼ ਇੰਡਸ ਰਿਵਰ ਸਿਸਟਮ। ਇੰਡਸ ਰਿਵਰ ਸਿਸਟਮ ਦੇ ਵਿੱਚ ਬੇਟੇ ਕਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਦੇਖਦੇ ਹਾਂ। ਇੰਡਸ ਰਿਵਰ ਸਿਸਟਮ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਟ ਇਜ਼ ਵਨ ਆਫ ਦਾ ਲਾਰਜੈਸਟ ਰਿਵਰ ਬੇਸਨ ਆਫ ਦਾ ਵਰਲਡ। It originates from a glacier in Kailash mountain range that is in China. Make sure ਤੁਹਾਡੇ ਮਾਈਂਡ ਵਿੱਚ ਇਹ ਚੀਜ਼ ਰਹਿਣੀ ਚਾਹੀਦੀ ਹੈ, ਡੋਂਟ ਕਨਫਿਊਜ਼ ਵਿਦ ਦੈਟ ਕਿ ਇਹ ਇੰਡੀਆ ਦੇ ਵਿੱਚੋਂ ਓਰੀਜਨੇਟ ਹੁੰਦਾ ਹੈ। ਬੇਟੇ 3 ਰਿਵਰ ਨੇ ਇੰਡੀਆ ਦੇ ਜਿਹੜੇ ਇੰਡੀਆ ਤੋਂ ਬਾਹਰ ਤੋਂ ਓਰੀਜਨੇਟ ਹੁੰਦੇ ਨੇ, ਉਹਨਾਂ ਦੇ ਵਿੱਚ ਇੰਡਸ, ਸਤਲੁਜ ਐਂਡ ਬ੍ਰਹਮਪੁੱਤਰਾ, ਇਹ ਤਿੰਨੋਂ ਹੀ ਆਉਂਦੇ ਨੇ ਔਰ ਇਹਨਾਂ ਤਿੰਨਾਂ ਤੋਂ ਹੀ ਸਵਾਲ ਪੁੱਛਿਆ ਜਾਂਦਾ ਹੈ ਤੁਹਾਨੂੰ। ਕੁਐਸਚਨਸ ਉੱਥੋਂ ਹੀ ਜਨਰੇਟ ਹੁੰਦੇ ਨੇ ਜਿੱਥੇ ਕੁਝ ਯੂਨੀਕਨੈਸ ਹੈ। ਹਰ ਜਗ੍ਹਾ ਤੋਂ ਕੁਐਸਚਨਸ ਤੁਹਾਨੂੰ ਐਗਜ਼ਾਮੀਨਰ ਨਹੀਂ ਪੁੱਛਦੇ ਬੱਚੇ। ਇੰਡਸ ਰਿਵਰ ਜਿਹੜੀ ਹੈ ਇਹ ਵੀ ਇੰਡੀਆ ਤੋਂ ਬਾਹਰ ਚਾਈਨਾ ਤੋਂ ਜਿਹੜੀ ਉਹ ਨਿਕਲ ਕੇ ਆਉਂਦੇ ਆ ਕੈਲਾਸ਼ ਮਾਨਸਰੋਵਰ ਲੇਕ ਤੋਂ, ਔਰ ਜਿਹੜੀ ਬ੍ਰਹਮਪੁੱਤਰਾ ਰਿਵਰ ਹੈ ਉਹ ਵੀ ਉਸੇ ਹੀ ਲੇਕ ਦੇ ਦੂਸਰੇ ਐਂਡ ਤੋਂ ਨਿਕਲਦੀ ਹੈ, ਔਰ ਸਤਲੁਜ ਰਿਵਰ ਹੈ ਜਿਹੜੀ ਉਹ ਵੀ ਉੱਥੋਂ ਚਾਈਨਾ ਦੇ ਵਿੱਚੋਂ ਹੀ ਓਰੀਜਨੇਟ ਹੁੰਦੀ ਹੈ। ਤਾਂ ਇਹ ਤਿੰਨੋਂ ਨੇ ਜਿਨ੍ਹਾਂ ਦਾ ਓਰੀਜਨ ਪੁਆਇੰਟ ਇੰਡੀਆ ਤੋਂ ਬਾਹਰ ਹੈ। ਤਾਂ ਆਪਾਂ ਇਹਦੀ ਗੱਲ ਕਰਦੇ ਹਾਂ ਕਿ ਓਰੀਜਨੇਟ ਹੁੰਦੀ ਹੈ ਕੈਲਾਸ਼ ਮਾਊਂਟੇਨ ਰੇਂਜ ਤੋਂ, ਦੈਨ ਫਿਰ ਇਹ ਜੰਮੂ ਕਸ਼ਮੀਰ ਦੇ ਵਿੱਚ ਐਂਟਰ ਕਰਦੀ ਇੰਡੀਆ ਦੇ ਵਿੱਚ, ਔਰ ਜੰਮੂ ਕਸ਼ਮੀਰ ਦੇ ਵਿੱਚ ਦੀ ਵਗਦੀ ਹੋਈ ਅੱਗੇ ਪਾਕਿਸਤਾਨ ਦੇ ਵਿੱਚ ਐਂਟਰ ਕਰ ਜਾਂਦੀ ਹੈ। ਮੇਨ ਟ੍ਰਿਬਿਊਟਰੀਜ਼ ਦੀ ਗੱਲ ਕਰੀਏ, ਟ੍ਰਿਬਿਊਟਰੀਜ਼ ਜਿਹੜੀਆਂ ਰਿਵਰਸ, ਟ੍ਰਿਬਿਊਟਰੀ ਕੀ ਚੀਜ਼ ਹੁੰਦੀ ਹੈ? ਟ੍ਰਿਬਿਊਟਰੀ ਹੁੰਦੀ ਹੈ ਇੱਕ ਮੇਨ ਰਿਵਰ ਮੰਨ ਲਓ ਫਲੋ ਕਰ ਰਹੀ ਹੈ ਬੇਟੇ, ਠੀਕ ਹੈ, ਉਸ ਮੇਨ ਰਿਵਰ ਦੇ ਵਿੱਚ ਹੋਰ ਛੋਟੇ ਰਿਵਰਸ ਜਿਹੜੇ ਨੇ ਆਣ ਕੇ ਮਿਲ ਰਹੇ ਨੇ, ਤਾਂ ਉਹ ਜਿਹੜੇ ਛੋਟੇ ਰਿਵਰ ਆਣ ਕੇ ਮਿਲ ਰਹੇ ਨੇ ਉਹ ਕੁਝ ਨਾ ਕੁਝ ਟ੍ਰਿਬਿਊਟ ਕਰ ਰਹੇ ਨੇ ਨਾ ਪਾਣੀ ਦੇ ਨਾਲ, ਉਹ ਆਪਣਾ ਪਾਣੀ ਉਸ ਮੇਨ ਰਿਵਰ ਨੂੰ ਦੇ ਰਹੇ ਨੇ, ਟ੍ਰਿਬਿਊਟ ਕਰ ਰਹੇ ਨੇ ਉਸ ਦੇ ਪਾਣੀ ਦੇ ਵਿੱਚ, ਤਾਂ ਉਹ ਹੋ ਗਏ ਉਸ ਦੀਆਂ ਟ੍ਰਿਬਿਊਟਰੀਜ਼। ਸੋ ਇਹਦੀਆਂ ਮੇਨ ਟ੍ਰਿਬਿਊਟਰੀਜ਼ ਕਿਹੜੀਆਂ ਨੇ? ਗਿਲਗਤ, ਜਸਕਰ, ਹੋਂਜਾ ਔਰ ਨੂਬਰਾ। ਸੋ ਇਸ ਤੋਂ ਬਾਅਦ ਇੱਕ ਮੇਨ ਜਿਹੜੀ ਟ੍ਰਿਬਿਊਟਰੀ ਹੈ ਰਿਵਰ ਇੰਡਸ ਰਿਵਰ ਦੀ, ਉਹ ਹੈ ਬੇਟੇ ਪੰਜਨਦ। ਪੰਜਨਦ ਕੀ ਨੇ? ਇਹ ਜਿਹੜੇ ਨੇ ਇਹ ਸਾਡੀਆਂ ਪੰਜਾਬ ਦੀਆਂ ਜਿਹੜੀਆਂ 5 ਰਿਵਰਸ ਨੇ ਉਹਨਾਂ ਨੂੰ ਅਸੀਂ ਬੋਲਦੇ ਹਾਂ ਜੁਆਇੰਟਲੀ। ਇਹ ਕਿੱਥੇ ਜਾ ਕੇ ਮਿਲਦੀਆਂ ਨੇ? ਮਿਥਾਨਕੋਟ ਦੇ ਵਿੱਚ ਮਿਲਦੀਆਂ ਨੇ। ਕੁਐਸਚਨ ਆਉਂਦਾ ਹੈ ਤੁਹਾਨੂੰ ਇੱਥੋਂ, ਪੰਜਨਦ ਜਿਹੜੀਆਂ ਨੇ ਉਹ ਇੰਡਸ ਰਿਵਰ ਨੂੰ ਕਿੱਥੇ ਮਿਲਦੀਆਂ ਨੇ? ਮਿਥਾਨਕੋਟ ਦੇ ਵਿੱਚ। ਲੁੱਕ ਐਟ ਦਿਸ ਪਿਕਚਰ। ਇਸ ਪਿਕਚਰ ਨੂੰ ਦੇਖ ਕੇ ਤੁਹਾਨੂੰ ਚੰਗੀ ਤਰ੍ਹਾਂ ਨਾਲ ਥੋੜ੍ਹਾ ਵਧੀਆ ਆਈਡੀਆ ਹੋ ਜਾਏਗਾ। ਦੇਖੋ ਇਹ ਚਾਈਨਾ ਵਾਲਾ ਰੀਜਨ ਹੈ, ਚਾਈਨਾ ਵਾਲੇ ਰੀਜਨ ਤੋਂ ਇਹ ਰਿਵਰ ਜਿਹੜੀ ਹੈ ਓਰੀਜਨੇਟ ਹੋ ਰਹੀ ਹੈ ਇੰਡਸ, ਔਰ ਇਸ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਦੀ ਫਲੋ ਕਰਦੀ ਹੋਈ ਇੱਥੇ ਜਾ ਕੇ ਬੇਟੇ ਇਹ ਦੇਖੋ ਮੀਟ ਕਰ ਰਹੀ ਹੈ ਪੰਚਨਦ ਦੇ ਨਾਲ, ਔਰ ਉਸ ਤੋਂ ਬਾਅਦ ਜਿਹੜੀ ਹੈ ਉਹ ਅੱਗੇ ਵੱਲ ਫਲੋ ਕਰਕੇ ਅਰੇਬੀਅਨ ਸੀ ਦੇ ਵਿੱਚ ਮਿਲ ਰਹੀ ਹੈ। ਇੱਧਰ ਤੋਂ ਦੇਖੋ 5 ਰਿਵਰ ਨੇ, ਜੇਹਲਮ, ਚਨਾਬ, ਰਾਵੀ, ਬਿਆਸ ਔਰ ਸਤਲੁਜ। ਸਤਲੁਜ ਵੀ ਇੱਥੇ ਦੇਖੋਗੇ ਤੁਸੀਂ ਇਸ ਪੁਆਇੰਟ 'ਤੇ, ਤਾਂ ਇਹ ਕਿੱਥੇ ਹੈ? ਪੁਆਇੰਟ ਇੰਡੀਆ ਤੋਂ ਬਾਹਰ ਹੈ, ਬਾਹਰ ਤੋਂ ਓਰੀਜਨੇਟ ਹੋ ਰਹੀ ਹੈ, ਔਰ ਫਿਰ ਇਹ ਫਲੋ ਕਰਦੀ ਹੋਈ ਹਿਮਾਚਲ ਦੇ ਰਾਹੀਂ ਇੱਦਾਂ ਹੀ ਪੰਜਾਬ ਦੇ ਵਿੱਚ ਐਂਟਰ ਕਰਦੀ ਹੈ, ਔਰ ਇੱਥੇ ਜਾ ਕੇ ਬਿਆਸ ਰਿਵਰ ਦੇ ਨਾਲ ਇਹ ਮੀਟ ਕਰਦੀ ਹੈ, ਔਰ ਉਸ ਤੋਂ ਬਾਅਦ ਇਹ ਅੱਗੇ ਚਲੇ ਜਾਂਦੇ ਨੇ ਔਰ ਮਿਲ ਜਾਂਦੇ ਨੇ ਅੱਗੇ ਇੰਡਸ ਰਿਵਰ ਦੇ ਨਾਲ। ਸੋ ਇਹ ਇਹਨਾਂ ਦਾ ਬੇਸਿਕਲੀ ਸਟਰਕਚਰ ਹੈ ਜਿਹੜਾ ਥੋੜ੍ਹਾ ਜਿਹਾ ਤੁਹਾਡਾ ਨਾਰਥ ਸਾਈਡ ਤੋਂ ਜਿਹੜਾ ਹੈ ਸਾਊਥ ਸਾਈਡ ਵੱਲ ਇਹਨਾਂ ਦੇ ਫਲੋ ਨੂੰ ਯਾਦ ਰੱਖਣਾ ਹੈ। ਅਗਰ ਨਾਰਥ ਤੋਂ ਸਾਊਥ ਵੱਲ ਤੁਸੀਂ ਚੱਲਦੇ ਹੋ ਤਾਂ ਕਿਹੜੇ ਰਿਵਰ ਪਹਿਲਾਂ ਆਉਂਦੇ ਨੇ ਕਿਹੜੇ ਬਾਅਦ ਵਿੱਚ, ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ ਬਹੁਤ ਜ਼ਿਆਦਾ ਟਫ ਕਰਨ ਦੇ ਲੈਵਲ ਦੇ ਉੱਪਰ ਉਹ ਇੱਦਾਂ ਦੇ ਕੁਐਸਚਨ ਤੁਹਾਨੂੰ ਪੁੱਛ ਲੈਂਦੇ ਨੇ। ਤਾਂ ਨਾਰਥ ਤੋਂ ਜਦੋਂ ਤੁਸੀਂ ਚੱਲਦੇ ਹੋ ਪਹਿਲਾਂ ਇੰਡਸ, ਦੈਨ ਜੇਹਲਮ, ਚਨਾਬ, ਰਾਵੀ, ਬਿਆਸ ਔਰ ਸਤਲੁਜ, ਇਸ ਤਰੀਕੇ ਨਾਲ ਜਿਹੜਾ ਇਹਨਾਂ ਦਾ ਇੱਕੋ ਸੀਕੁਐਂਸ ਹੈ ਨਾਰਥ ਟੂ ਸਾਊਥ, ਕੀਪ ਇਨ ਮਾਈਂਡ। ਨੈਕਸਟ ਬੇਟਾ ਜਦੋਂ ਆਪਾਂ ਨੈਕਸਟ ਚੱਲਦੇ ਹਾਂ ਪੰਚਨਦ ਦੇ ਬਾਰੇ ਦੇ ਵਿੱਚ ਗੱਲ ਕਰਦੇ ਹਾਂ ਜੀ, ਇਹ ਕਿਹੜੇ ਨੇ ਇਹਨਾਂ ਦੇ ਬਾਰੇ ਜਦੋਂ ਤੁਸੀਂ ਗੱਲ ਕਰਦੇ ਹੋ। ਪੰਚਨਦ ਇਜ਼ ਦਾ ਨੇਮ ਗਿਵਨ ਟੂ ਦਾ 5 ਰਿਵਰ ਆਫ ਪੰਜਾਬ।
सतलुज, ब्यास, रावी, चिनाब एंड झेलम। ये पंजों दरिया ने जिन्होंने जॉइंटली ਆਪਾਂ ਪੰਚਨਦ ਬੋਲਦੇ ਹਾਂ। ਤਾਂ 1 ਬਾय 1 ਇਹਨਾਂ ਪੰਜਾਂ ਦਰਿਆਵਾਂ ਦੇ ਬਾਰੇ ਆਪਾਂ ਇਨਫੋਰਮੇਸ਼ਨ ਜਿਹੜੀ ਉਹ ਚੈੱਕ ਕਰਦੇ ਹਾਂ। ਜੇਲਮ ਰਾਈਜ਼ ਫਰੋਮ ਅ ਸਪ੍ਰਿੰਗ ਐਟ ਵੈਰੀਨਾਗ ਸਿਟੂਏਟਡ ਐਟ ਦਾ ਫੁੱਟ ਹਿੱਲ ਆਫ ਪੀਰ ਪੰਜਾਲ। ਵੈਰੀਨਾਗ ਲੇਕ ਜਿਹੜੀ ਹੈ ਉੱਥੋਂ ਇਹ ਨਿਕਲਦਾ ਹੈ ਜੀ। ਇਟ ਫਲੋਜ਼ ਥਰੂ ਸ਼੍ਰੀਨਗਰ ਐਂਡ ਦਾ ਵੁਲਰ ਲੇਕ। ਇਹ ਦੋਨੋਂ ਜਿਹੜੀਆਂ ਨੇ ਜੇਲਮ ਦੇ ਉੱਥੇ ਆਉਂਦੀਆਂ ਨੇ ਔਰ ਇਹ ਚਿਨਾਬ ਨੂੰ ਮਿਲਦੀ ਹੈ ਪਾਕਿਸਤਾਨ ਦੇ ਵਿੱਚ ਜਦੋਂ ਐਂਟਰ ਕਰ ਜਾਂਦੀ ਉੱਥੇ। ਚਿਨਾਬ ਦਾ ਲਾਰਜੈਸਟ ਟ੍ਰਿਬਿਊਟਰੀ ਆਫ ਇੰਡਸ ਕਿਹੜੀ ਹੈ ਜੀ? ਚਿਨਾਬ। ਕੁਐਸਚਨ ਆ ਸਕਦਾ ਹੈ ਤੁਹਾਨੂੰ ਲਾਰਜੈਸਟ ਟ੍ਰਿਬਿਊਟਰੀ ਜਿਹੜੀ ਉਹ ਇੰਡਸ ਦੀ ਉਹ ਕਿਹੜੀ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਚਿਨਾਬ। ਇਟ ਇਜ਼ ਫਾਰਮ ਬਾਈ 2 stream ਚੰਦਰਾ ਐਂਡ ਦਾ ਭਾਗਾ। ਜੇਲਮ ਜੁਆਇਨ ਚਿਨਾਬ ਨੀਅਰ ਜੰਗ। ਨੈਕਸਟ ਆ ਜਾਂਦੀ ਹੈ ਬੇਟਾ ਰਾਵੀ। ਇਟ ਰਾਈਜ਼ ਵੈਸਟ ਆਫ ਰੋਹਤਾਂਗ ਪਾਸ ਇਨ ਕੁੱਲੂ ਹਿਲਸ। ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਨਿਕਲਦੀ ਹੈ ਰੋਹਤਾਂਗ ਪਾਸ ਤੋਂ। ਜੁਆਇਨਿੰਗ ਦਾ ਚਨਾਬ ਨੀਅਰ ਸਰਾਏ ਸਿੱਧੂ। ਇਟ ਡਰੇਨ ਦਾ ਏਰੀਆ ਲਾਈਂਗ ਬਿਟਵੀਨ ਦਾ ਸਦਰਨ ਪਾਰਟ ਆਫ ਪੀਰ ਪੰਜਾਲ ਐਂਡ ਧੌਲਾਧਾਰ ਰੇਂਜ। ਰਾਈਟ, ਸੋ ਇਹ ਹੋ ਗਈਆਂ ਆਪਣੀਆਂ ਦੋਨੋਂ ਚਨਾਬ ਐਂਡ ਰਾਵੀ। ਨੈਕਸਟ ਬੇਟੇ ਆ ਜਾਂਦੀ ਹੈ ਤੁਹਾਡੇ ਕੋਲ ਬਿਆਸ। ਬਿਆਸ ਦੀ ਗੱਲ ਕਰਦੇ ਹਾਂ ਤਾਂ ਇਹ ਬਿਆਸ ਕੁੰਡ ਤੋਂ ਲਾਗੋਂ ਹੀ ਨਿਕਲਦੀ ਹੈ ਜੀ। ਰੋਹਤਾਂਗ ਪਾਸ ਦੇ ਬਿਲਕੁਲ ਨਜ਼ਦੀਕ ਜਿਹੜੀ ਜਗ੍ਹਾ ਹੈ ਬਿਆਸ ਕੁੰਡ, ਉੱਥੋਂ ਨਿਕਲਦੀ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਹੀ ਓਰੀਜਨੇਟ ਹੁੰਦੀ ਹੈ, ਪੰਜਾਬ ਪਲੇਨਸ ਦੇ ਵਿੱਚ ਐਂਟਰ ਕਰਦੀ ਹੈ ਔਰ ਸਤਲੁਜ ਦੇ ਨਾਲ ਮਿਲਦੀ ਹੈ। ਹਰੀਕੇ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਆਉਂਦਾ ਹੈ ਬੇਟੇ ਹਰੀਕੇ ਪੱਤਨ। ਔਰ ਇੱਥੋਂ ਹੀ ਇੱਕ ਜਿਹੜੀ ਉਹ ਇੱਕ ਰਿਵਰ ਮੈਨ ਮੇਡ ਕੈਨਲ ਨਿਕਲਦੀ ਹੈ। ਦੇਖੋ ਇੱਧਰ ਤੋਂ ਆ ਰਹੀ ਹੈ ਬਿਆਸ ਰਿਵਰ ਔਰ ਇੱਧਰ ਤੋਂ ਆ ਰਹੀ ਹੈ ਸਤਲੁਜ। ਇੱਥੇ ਮਿਲਦੀਆਂ ਨੇ ਜੀ। ਇਹ ਹੈ ਹਰੀਕੇ ਵਾਲੀ ਹਰੀਕੇ ਪੱਤਨ ਜਗ੍ਹਾ, ਡਿਸਟ੍ਰਿਕਟ ਹੈ ਤਰਨ ਤਾਰਨ ਪੰਜਾਬ ਦੀ। ਔਰ ਇੱਥੋਂ ਬਾਅਦ ਇਹ ਪਾਕਿਸਤਾਨ ਵੱਲ ਨੂੰ ਅੱਗੇ ਚਲੇ ਜਾਂਦੇ ਨੇ। ਲੇਕਿਨ ਇੱਥੇ ਇੱਕ ਬਣਾਈ ਹੋਈ ਹੈ ਕੈਨਲ ਜਿਹੜੀ ਕਿ ਜਾਂਦੀ ਹੈ ਰਾਜਸਥਾਨ ਵੱਲ ਨੂੰ। ਇਸ ਨੂੰ ਆਪਾਂ ਬੋਲਦੇ ਹਾਂ ਲਾਈਫ ਲਾਈਨ ਆਫ ਰਾਜਸਥਾਨ, ਜਿਸ ਨੂੰ ਬੋਲਿਆ ਜਾਂਦਾ ਹੈ ਇੰਦਰਾ ਗਾਂਧੀ ਕੈਨਲ। ਇੰਡੀਆ ਦੀ ਸਭ ਤੋਂ ਲੌਂਗੈਸਟ ਮੈਨ ਮੇਡ ਜਿਹੜੀ ਉਹ ਕੈਨਲ ਹੈ ਰਾਜਸਥਾਨ ਦੇ ਗੰਗਾਨਗਰ ਡਿਸਟ੍ਰਿਕਟ ਵੱਲ ਤੋਂ ਲੈ ਕੇ ਅੱਗੇ ਜਿਹੜੀ ਉਹ ਨੈਕਸਟ ਅੱਗੇ ਤੱਕ ਜਾਂਦੀ ਹੈ। ਇਸੇ ਕੈਨਲ ਦੀ ਵਜ੍ਹਾ ਦੇ ਨਾਲ ਹੀ ਰਾਜਸਥਾਨ ਦੇ ਵਿੱਚ ਵੀ ਜਿਹੜੀ ਉਹ ਹਰਿਆਲੀ ਆਈ ਹੈ, ਖੇਤੀ ਕਰਨੀ ਸੌਖੀ ਹੋਈ ਹੈ। ਇਸ ਕੈਨਲ ਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਯਾਦ ਰੱਖਿਓ, ਸਵਾਲ ਆ ਸਕਦੇ ਨੇ। ਨੈਕਸਟ ਬੇਟੇ ਆ ਜਾਂਦੀ ਹੈ ਸਤਲੁਜ। ਇਟ ਓਰੀਜਨੇਟ ਇਨ ਰਕਾਸਤਾ ਲੇਕ ਨੀਅਰ ਮਾਨਸਰੋਵਰ ਲੇਕ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਚਾਈਨਾ ਦੇ ਵਿੱਚੋਂ ਇਹ ਵੀ ਨਿਕਲੀ ਹੈ। ਇਟ ਪਾਸਿਸ ਥਰੂ ਦਾ ਸ਼ਿਪਕੀਲਾ ਦਰਾ ਹੈ ਇੱਕ ਜਿਹੜਾ ਉਹਦੇ ਵਿੱਚ ਦੀ of the Himalayan range and enter the Punjab plain. It feeds the canal system of Bhakhੜਾ ਨੰਗਲ project. ਇੱਕ ਹੋਰ ਇੰਪੋਰਟੈਂਟ ਪੁਆਇੰਟ ਇੱਥੇ ਤੁਹਾਡੇ ਕੋਲ ਆ ਗਿਆ ਜੀ। ਭਾਖੜਾ ਨੰਗਲ ਪ੍ਰੋਜੈਕਟ ਜਿਹੜਾ ਹੈ ਉਹ ਕਿਹੜੇ ਰਿਵਰ ਦੇ ਉੱਤੇ ਬਣਿਆ ਹੋਇਆ ਹੈ? ਸਤਲੁਜ ਰਿਵਰ ਦੇ ਉੱਪਰ। ਰਾਈਟ, ਸੋ ਇਹ ਦੋਨੋਂ ਹੀ ਆਪਣੇ ਪੂਰੀ ਤਰ੍ਹਾਂ ਨਾਲ ਕਲੀਅਰ ਹੋ ਗਏ ਕਿ ਹੁਣ ਆਈ ਹੋਪ ਤੁਹਾਨੂੰ ਪੰਚਨਦ ਜਿਹੜਾ ਸਿਸਟਮ ਹੈ ਪੰਜਾਬ ਦਾ ਉਹ ਚੰਗੀ ਤਰ੍ਹਾਂ ਨਾਲ ਕਲੀਅਰ ਹੋ ਗਿਆ ਹੋਏਗਾ। ਨੈਕਸਟ ਆਉਂਦਾ ਹੈ ਬੇਟੇ ਗੰਗਾ ਰਿਵਰ ਸਿਸਟਮ। ਇਹਦੇ ਤੋਂ ਬਹੁਤ ਸਾਰੇ ਸਵਾਲ ਆਉਂਦੇ ਨੇ ਤੁਹਾਨੂੰ, ਬਹੁਤ ਸਾਰੇ। ਸੋ ਇਹਨੂੰ ਥੋੜ੍ਹਾ ਜਿਹਾ ਧਿਆਨ ਦੇ ਕੇ ਸਮਝਣ ਦੀ ਜ਼ਰੂਰਤ ਹੈ। ਗੰਗਾ ਇਜ਼ ਦਾ ਮੋਸਟ ਇੰਪੋਰਟੈਂਟ ਰਿਵਰ ਆਫ ਇੰਡੀਆ ਬੋਥ ਫਰੋਮ ਦਾ ਪੁਆਇੰਟ ਆਫ ਵਿਊ ਬੇਸਨ ਐਂਡ ਕਲਚਰਲ ਸਿਗਨੀਫਿਕੈਂਸ। ਅਗਰ ਆਪਾਂ ਆਪਣੀ ਹਿਸਟਰੀ ਜਾਂ ਕਲਚਰ ਦੀ ਗੱਲ ਕਰਦੇ ਹਾਂ ਤਾਂ ਗੰਗਾ ਰਿਵਰ ਸਿਸਟਮ ਜਿਹੜਾ ਹੈ ਬੇਟੇ ਉਹਦਾ ਕਾਫੀ ਜ਼ਿਆਦਾ ਇਨਫਲੂਐਂਸ ਹੈ ਇੰਡੀਆ ਦੇ ਉੱਪਰ। ਇਹਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਰਿਲੀਜੀਅਸ ਪੁਆਇੰਟ ਆਫ ਵਿਊ ਦੇ ਨਾਲ ਵੀ। It rises in the Gangotri Glacier near Gaumukh in Uttarakanchi district of Uttarakhand. ਉੱਤਰਾਖੰਡ ਦੇ ਵਿੱਚ ਗੰਗੋਤਰੀ ਗਲੇਸ਼ੀਅਰ ਦੇ ਲਾਗੋਂ ਨਿਕਲਦੀ ਹੈ। ਲੇਕਿਨ ਇੱਥੇ ਇੱਕ ਪੁਆਇੰਟ ਨੋਟ ਕਰਨ ਵਾਲਾ ਹੈ, ਜਿੱਥੋਂ ਇਹ ਓਰੀਜਨੇਟ ਹੁੰਦੀ ਹੈ ਬੇਟਾ ਉੱਥੇ ਇਹਨੂੰ ਗੰਗਾ ਰਿਵਰ ਦੇ ਨਾਮ ਨਾਲ ਨਹੀਂ ਜਾਣਿਆ ਜਾਂਦਾ ਬੇਟੇ। ਇੱਥੇ ਕਿਸ ਨਾਮ ਨਾਲ ਜਾਣੀ ਜਾਂਦੀ ਹੈ? ਇੱਥੇ ਜਾਣੀ ਜਾਂਦੀ ਹੈ ਭਾਗੀਰਥੀ ਰਿਵਰ ਦੇ ਨਾਮ ਦੇ ਨਾਲ। ਭਾਗੀਰਥੀ ਰਿਵਰ ਦੇ ਨਾਮ ਨਾਲ ਜਾਣੀ ਜਾਂਦੀ ਹੈ। ਔਰ ਉਸ ਤੋਂ ਬਾਅਦ ਨੈਕਸਟ ਅੱਗੇ ਚੱਲ ਕੇ ਅਲਕਨੰਦਾ ਰਿਵਰ ਜਿਹੜੀ ਹੈ ਇਹਦੇ ਨਾਲ ਮਿਲਦੀ ਹੈ ਦੇਵ ਪ੍ਰਯਾਗ ਦੇ ਵਿੱਚ। ਬੱਚੇ ਦੇਵ ਪ੍ਰਯਾਗ ਦੇ ਵਿੱਚ ਅਲਕਨੰਦਾ ਰਿਵਰ ਔਰ ਇਹ ਭਾਗੀਰਥੀ ਰਿਵਰ ਦੋਨੋਂ ਮਿਲਦੀਆਂ ਨੇ ਔਰ ਇੱਥੋਂ ਹੀ ਇਹਨੂੰ ਜਾਣਿਆ ਜਾਂਦਾ ਹੈ ਗੰਗਾ ਦੇ ਨਾਮ ਦੇ ਨਾਲ। ਫਿਰ ਇਸ ਨੂੰ ਬੋਲਿਆ ਜਾਂਦਾ ਹੈ ਗੰਗਾ। ਰਾਈਟ, ਦਾ ਗੰਗਾ ਐਂਟਰਸ ਦਾ ਪਲੇਨ ਐਟ ਹਰੀਦਵਾਰ। ਹਰੀਦਵਾਰ ਰਿਵਰ ਜਿਹੜਾ ਹੈ ਉੱਥੇ ਜਾ ਕੇ ਗੰਗਾ ਜਿਹੜੀ ਹੈ ਪਹਾੜਾਂ ਤੋਂ ਥੱਲੇ ਉਤਰ ਆਉਂਦੀ ਹੈ ਔਰ ਫਿਰ ਜਿਹੜੇ ਪਲੇਨਸ ਨੇ ਉਹਨਾਂ ਦੇ ਵਿੱਚ ਐਂਟਰ ਕਰ ਜਾਂਦੀ ਹੈ। ਸੋ ਇੱਥੋਂ ਤੁਹਾਨੂੰ 3-4 ਕੁਐਸਚਨ ਤੁਹਾਡੇ ਜਿਹੜੇ ਨੇ ਉਹ ਬਣ ਜਾਂਦੇ ਨੇ, MCQ ਵਗੈਰਾ ਇੱਥੋਂ ਹੀ ਆ ਜਾਣਗੇ। ਔਰ ਗੰਗਾ ਰਿਵਰ ਸਿਸਟਮ ਦੇ ਬਾਰੇ ਅਗਰ ਤੁਹਾਨੂੰ ਲੌਂਗ ਕੁਐਸਚਨ ਆਉਂਦਾ ਹੈ ਤਾਂ ਇਹ ਸਾਰਾ ਉਸ ਦੀ ਇੰਟਰੋ ਦੇ ਵਿੱਚ ਤੁਸੀਂ ਉਸ ਨੂੰ ਐਡ ਕਰ ਸਕਦੇ ਹੋ। ਰਿਵਰ ਹੈਜ਼ ਅ ਲੈਂਥ ਆਫ 2525 ਕਿਲੋਮੀਟਰ। ਲੰਬਾਈ ਹੈ ਜੀ ਇਸ ਦੀ ਉੱਤਰਾਖੰਡ ਤੋਂ ਲੈ ਕੇ ਬੰਗਲਾਦੇਸ਼ ਤੱਕ ਜਿੱਥੇ ਉਹ ਜਾਂਦਾ ਹੈ। ਦਾ ਇੰਪੋਰਟੈਂਟ ਲੈਫਟ ਬੈਂਕ ਟ੍ਰਿਬਿਊਟਰੀ। ਲੈਫਟ ਵਾਲੀ ਸਾਈਡ 'ਤੇ ਜਿਹੜੀਆਂ ਇਹਦੀਆਂ ਟ੍ਰਿਬਿਊਟਰੀਜ਼ ਨੇ ਉਹ ਕਿਹੜੀਆਂ ਨੇ ਬੇਟੇ? ਰਾਮ ਗੰਗਾ, ਗੋਮਤੀ,
घाघरा, गंडक, कोसी एंड महानंदा। सो ये ਜਿਹੜੀਆਂ ਨੇ ਇੰਪੋਰਟੈਂਟ ਰਿਵਰ ਨੇ। ਇਹਨਾਂ ਦੇ ਵਿੱਚੋਂ ਜਿਹੜੀ ਕੋਸੀ ਰਿਵਰ ਹੈ ਇਸ ਨੂੰ ਬਿਹਾਰ ਦਾ ਜਿਹੜਾ ਹੈ ਸੋਗ ਬੋਲਿਆ ਜਾਂਦਾ ਹੈ, ਸਾਰੋ ਆਫ ਬਿਹਾਰ, ਕਿਉਂਕਿ ਕਾਫੀ ਜ਼ਿਆਦਾ ਜਿਹੜੇ ਨੇ ਉਹ ਹੜ੍ਹ ਵਗੈਰਾ ਲੈ ਕੇ ਆਉਂਦੀ ਹੈ ਰਿਵਰ ਬਿਹਾਰ ਦੇ ਵਿੱਚ, ਇਸ ਲਈ ਇਹਨੂੰ ਇਸ ਤਰੀਕੇ ਨਾਮ ਨਾਲ ਜਾਣਿਆ ਜਾਂਦਾ ਹੈ। ਦੇਖੋ ਇਹ ਆ ਰਹੀ ਹੈ ਤੁਹਾਡੀ ਗੰਗਾ ਰਿਵਰ, ਉੱਪਰ ਵਾਲੀ ਸਾਈਡ ਜਿਹੜੀ ਇਹ ਲੈਫਟ ਵਾਲੀ ਸਾਈਡ ਹੈ, ਇਸ ਲੈਫਟ ਸਾਈਡ ਤੋਂ ਇਹ ਜਿਹੜੀਆਂ ਆਣ ਕੇ ਮਿਲ ਰਹੀਆਂ ਨੇ ਨਦੀਆਂ ਇਹਦੇ ਵਿੱਚ, ਇਹਨਾਂ ਨੂੰ ਬੋਲਿਆ ਜਾਂਦਾ ਲੈਫਟ ਬੈਂਕ ਟ੍ਰਿਬਿਊਟਰੀਜ਼। ਰਾਈਟ ਬੈਂਕ ਟ੍ਰਿਬਿਊਟਰੀਜ਼ ਦੀ ਆਪਾਂ ਅਗਰ ਗੱਲ ਕਰਦੇ ਬੇਟਾ ਤਾਂ ਇਹਨਾਂ 'ਚੋਂ ਸਭ ਤੋਂ ਇੰਪੋਰਟੈਂਟ ਆਉਂਦੀ ਹੈ ਜੀ ਜਮਨਾ ਐਂਡ ਸੋਨ। ਸੋਨ ਰਿਵਰ ਜਿਹੜੀ ਹੈ ਪਟਨਾ ਦੇ ਲਾਗੇ ਜਾ ਕੇ ਇਸ ਨੂੰ ਮਿਲਦੀ ਹੈ। ਜਮਨਾ ਜਿਹੜੀ ਹੈ ਉਹ ਗੰਗਾ ਨੂੰ ਮਿਲ ਜਾਂਦੀ ਹੈ ਰਾਜੇ ਪ੍ਰਯਾਗ ਦੇ ਵਿੱਚ। ਪ੍ਰਯਾਗ ਜਿਹੜਾ ਹੈ ਨਵਾਂ ਨਾਮ ਹੈ ਬੇਟੇ ਇਲਾਹਾਬਾਦ ਸਿਟੀ ਦਾ, ਯਾਦ ਰੱਖਣਾ ਹੈ ਐਜ਼ ਯੂ ਆਰ ਅ ਸੋਸ਼ਲ ਸਾਇੰਸ ਸਟੂਡੈਂਟ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਜਿਹੜੇ ਨਵੇਂ ਨੇਮ ਵਗੈਰਾ ਜਿਹੜੇ ਵੈਸੇ ਤਾਂ ਪੋਲੀਟੀਕਲੀ ਮੋਟੀਵੇਟਡ ਨੇ, ਕੋਈ ਇਹਨਾਂ ਦੀ ਕੋਈ ਹੋਰ ਸੈਂਸ ਨਹੀਂ ਰਹਿੰਦੀ, ਜਸਟ ਪੋਲੀਟੀਕਲੀ ਮੋਟੀਵੇਟਡ ਨੇ ਕਿ ਸਿਟੀਜ਼ ਦੇ ਨੇਮ ਜਿਹੜੇ ਚੇਂਜ ਕਰ ਰਹੇ ਨੇ, ਹੋਰ ਇਹਦੇ ਪਿੱਛੇ ਕੋਈ ਲੌਜਿਕ ਤਾਂ ਹੈ ਨਹੀਂ, ਬਟ ਸਟਿਲ ਤੁਹਾਨੂੰ ਇਹਨਾਂ ਚੀਜ਼ਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ ਕਿ ਪ੍ਰਯਾਗ ਜਿਹੜਾ ਹੈ ਉਹ ਨਵਾਂ ਨਾਮ ਹੈ ਕਿਹਦਾ, ਇਲਾਹਾਬਾਦ ਸਿਟੀ ਦਾ। ਔਰ ਇੱਥੇ ਦੋਨੋਂ ਰਿਵਰ ਕਿਹੜੀਆਂ ਮਿਲ ਰਹੀਆਂ ਨੇ, ਜਮਨਾ ਜੁਆਇਨ ਦਾ ਗੰਗਾ ਐਟ ਪ੍ਰਯਾਗ ਇਲਾਹਾਬਾਦ। ਔਰ ਗੰਗਾ ਦਾ ਡੈਲਟਾ ਜਿਹੜਾ ਹੈ ਬੇਟੇ ਇੱਥੋਂ ਤੁਹਾਨੂੰ ਕਾਫੀ ਸਾਰੇ ਸਵਾਲ ਆਉਂਦੇ ਨੇ, ਇਹਦਾ ਤਾਂ ਨਾਮ ਪੁੱਛਿਆ ਜਾਂਦਾ ਹੈ, ਤਾਂ ਇਹਦਾ ਨੇਮ ਹੈ ਸੁੰਦਰਬਨ ਡੈਲਟਾ। ਕਿਸ ਸਟੇਟ 'ਚ ਪਾਇਆ ਜਾਂਦਾ ਹੈ, ਤੁਹਾਡੇ ਵੈਸਟ ਬੰਗਾਲ। ਕਿਉਂ ਇਹਦੇ ਤੋਂ ਸਵਾਲ ਆਉਂਦੇ ਨੇ, ਬਿਕੋਜ਼ ਸੁੰਦਰਬਨ ਡੈਲਟਾ ਇਜ਼ ਦਾ ਵਰਲਡਸ ਲਾਰਜੈਸਟ ਡੈਲਟਾ, ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ ਸੁੰਦਰਬਨ ਡੈਲਟਾ। ਇੱਥੇ ਇੱਕ ਟਰੀ ਮਿਲਦਾ ਹੈ ਸੁੰਦਰੀ ਟਰੀ, ਜਿਹੜੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਟਾਹਲੀ ਬੋਲਦੇ ਹੋ ਬੇਟਾ, ਉਸ ਤਰ੍ਹਾਂ ਦਾ ਪੇੜ ਹੁੰਦਾ ਹੈ, ਸੁੰਦਰੀ ਟਰੀ ਮਿਲਦਾ ਹੈ। ਉਸ ਟਰੀ ਦੀ ਵਜ੍ਹਾ ਦੇ ਨਾਲ ਹੀ ਇਹਨੂੰ ਜਿਹੜਾ ਹੈ ਉਹ ਸੁੰਦਰਬਨ ਡੈਲਟਾ ਬੋਲਿਆ ਜਾਂਦਾ ਹੈ। ਔਰ ਇੱਥੇ ਹੀ ਪਾਏ ਜਾਂਦੇ ਨੇ ਤੁਹਾਡੇ ਰਾਇਲ ਬੰਗਾਲ ਟਾਈਗਰ, ਉਸੇ ਡੈਲਟਾ ਰੀਜਨ ਦੇ ਵਿੱਚ ਹੀ। ਨੈਕਸਟ ਆਪਾਂ ਗੱਲ ਕਰਦੇ ਹਾਂ ਗੰਗਾ ਸਿਸਟਮ ਦੇ ਵਿੱਚ ਜਿਹੜੀ ਤੁਹਾਡੀ ਜਮਨਾ ਰਿਵਰ ਹੈ ਉਹਦੇ ਬਾਰੇ। ਦ ਯਮਨਾ ਵੈਸਟਰਨ ਮੋਸਟ ਐਂਡ ਦ ਲੌਂਗੈਸਟ ਟ੍ਰਿਬਿਊਟਰੀ ਆਫ ਗੰਗਾ rise from Jamnotri Glacier on the western slope of Bandar Punch Range. It joined by Chambal, Sindh, Betwa and Kain on its right bank, which originate from the Peninsular Plateau. Peninsular Plateau ਤੋਂ ਨਿਕਲਦੀਆਂ ਕੁਝ ਨਦੀਆਂ ਨੇ ਜੀ ਜਿਹੜੀਆਂ ਜਮਨਾ ਨੂੰ ਜਾ ਕੇ ਮਿਲਦੀਆਂ ਨੇ, ਉਹਨਾਂ ਦੇ ਵਿੱਚੋਂ ਚੰਬਲ, ਸਿੰਧ, ਬੇਤਵਾ ਔਰ ਕੇਨ, ਇਹ ਜਿਹੜੀਆਂ ਰਿਵਰਸ ਨੇ ਇਹ ਮਿਲਦੀਆਂ ਨੇ ਜਮਨਾ ਨੂੰ, ਔਰ ਜਮੁਨਾ ਜਿਹੜੀ ਹੈ ਅੱਗੇ ਜਾ ਕੇ ਮਿਲ ਜਾਂਦੀ ਹੈ ਇਲਾਹਾਬਾਦ ਦੇ ਵਿੱਚ ਜਾ ਕੇ ਗੰਗਾ ਰਿਵਰ ਦੇ ਨਾਲ। ਸੋ ਇਹ ਇੰਪੋਰਟੈਂਟ ਹੋ ਗਈਆਂ ਉਹਦੇ ਬਾਰੇ। ਇਹ ਜਿਹੜੀਆਂ ਰਿਵਰ ਨੇ ਬੇਟਾ ਇਹਨਾਂ ਦੇ ਵਿੱਚੋਂ ਜਿਹੜੀ ਚੰਬਲ ਹੈ ਉਹਦੀ ਤੋਂ ਤੁਹਾਨੂੰ ਕੁਐਸਚਨ ਵਗੈਰਾ ਕਾਫੀ ਵਾਰ ਆਉਂਦੇ ਨੇ, ਪੁੱਛੇ ਜਾਂਦੇ ਨੇ ਚੰਬਲ ਤੋਂ, ਠੀਕ ਹੈ, ਇਹਨੂੰ ਥੋੜ੍ਹਾ ਜਿਹਾ ਤੁਸੀਂ ਧਿਆਨ ਦੇ ਕੇ ਪੜ੍ਹਨਾ ਹੈ। ਨੈਕਸਟ ਬੱਚੇ ਆ ਜਾਂਦਾ ਜੀ ਬ੍ਰਹਮਪੁੱਤਰਾ। ਬ੍ਰਹਮਪੁੱਤਰਾ ਦੀ ਹੁਣ ਆਪਾਂ ਜੇਕਰ ਗੱਲ ਕਰਦੇ ਹਾਂ, ਬ੍ਰਹਮਪੁੱਤਰਾ ਵਨ ਆਫ ਦਾ ਲਾਰਜੈਸਟ ਰਿਵਰ ਆਫ ਵਰਲਡ। ਇਟ ਓਰੀਜਨ ਇਨ ਚੋਮਾ ਜੰਗਦੁਮ ਗਲੇਸ਼ੀਅਰ ਇਨ ਕੈਲਾਸ਼ ਰੇਂਜ। ਯਾਦ ਹੋਏਗਾ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਜਿਹੜੀ ਤੁਹਾਡੀ ਇੰਡਸ ਰਿਵਰ ਹੈ ਉਹ ਵੀ ਕੈਲਾਸ਼ ਰੇਂਜ ਦੇ ਵਿੱਚੋਂ ਹੀ ਨਿਕਲਦੀ ਹੈ, ਮਾਨਸਰੋਵਰ ਲੇਕ ਦੇ ਲਾਗੂ। ਇਹ ਨਾ ਐਕਚੁਅਲੀ ਬੇਟੇ ਇਸ ਤਰੀਕੇ ਦੀ ਉੱਥੇ ਲੇਕ ਹੈ, ਸਪੋਜ਼ ਇਹ ਲੇਕ ਹੈ ਤਾਂ ਇਹਦੀ ਇਸ ਸਾਈਡ ਤੋਂ ਨਿਕਲ ਕੇ ਜਾ ਰਹੀ ਹੈ ਇੰਡਸ ਰਿਵਰ, ਇੱਧਰੋਂ ਨਿਕਲ ਕੇ ਆ ਰਹੀ ਹੈ ਸਤਲੁਜ ਰਿਵਰ, ਔਰ ਇੱਧਰ ਤੋਂ ਨਿਕਲ ਕੇ ਜਾ ਰਹੀ ਹੈ ਤੁਹਾਡੀ ਇਹ ਬ੍ਰਹਮਪੁੱਤਰਾ ਰਿਵਰ। ਉਸ ਲੇਕ ਦੇ ਆਸ-ਪਾਸ ਦੇ ਏਰੀਏ ਤੋਂ ਹੀ ਇਹ ਜਿਹੜੀਆਂ ਨੇ ਰਿਵਰਸ ਜਿਹੜੇ ਨੇ ਓਰੀਜਨੇਟ ਉਹ ਹੋ ਰਹੇ ਨੇ। ਹਾਂਜੀ, ਇਨ ਤਿੱਬਤ ਵੇਅਰ ਇਟ ਇਜ਼ ਨੋਨ ਐਜ਼ ਸਾਂਗਪੋ, ਤਿੱਬਤ ਦੇ ਵਿੱਚ ਬ੍ਰਹਮਪੁੱਤਰਾ ਰਿਵਰ ਨੂੰ ਸਾਂਗਪੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ, which means the purifier. On reaching the Namcha Barwa, it takes a U-turn and enters India in Arunachal Pradesh through a gorge. ਦੇਖੋ ਇੱਕ ਇਸ ਤਰੀਕੇ ਨਾਲ ਹਿੱਲ ਹੈ, ਪਹਾੜੀ ਹੈ, ਜਿਸ ਨੂੰ ਆਪਾਂ ਬੋਲਦੇ ਹਾਂ ਨਾਮਚਾ ਬਰਵਾ। ਇਹ ਰਿਵਰ ਇੱਧਰ ਤੋਂ ਆ ਰਹੀ ਹੈ ਔਰ ਇਹਦੇ ਨਾਲ ਇਸ ਤਰੀਕੇ ਨਾਲ ਯੂ ਟਰਨ ਲੈ ਕੇ ਇੰਡੀਆ ਦੇ ਵਿੱਚ ਜਿਹੜੀ ਇਹ ਰਿਵਰ ਐਂਟਰ ਕਰ ਜਾਂਦੀ ਹੈ ਅਰੁਣਾਚਲ ਪ੍ਰਦੇਸ਼ ਸਟੇਟ ਦੇ ਵਿੱਚ। ਉਸ ਤੋਂ ਬਾਅਦ ਇਹਦੀਆਂ ਜਿਹੜੀਆਂ ਨੈਕਸਟ ਤੁਹਾਡੀਆਂ ਹੈਗੀਆਂ ਨੇ ਲੈਫਟ ਬੈਂਕ ਟ੍ਰਿਬਿਊਟਰੀਜ਼ ਕਿਹੜੀਆਂ ਨੇ, ਦਿਬਾਂਗ, ਸਿਕਾਂਗ, ਲੋਹਿਤ, ਬ੍ਰਹਮਪੁੱਤਰਾ ਦੀਆਂ ਟ੍ਰਿਬਿਊਟਰੀਜ਼ ਨੇ ਜਿਹੜੀਆਂ ਇਸ ਨੂੰ ਲੈਫਟ ਸਾਈਡ ਤੋਂ ਮਿਲਦੀਆਂ ਨੇ ਬੇਟੇ। ਇਟਸ ਮੇਜਰ ਲੈਫਟ ਬੈਂਕ ਰਾਈਟ ਸਾਈਡ ਵਾਲੀਆਂ ਸੀ, ਲੈਫਟ ਬੈਂਕ 'ਤੇ ਕਿਹੜੀਆਂ ਆ ਰਹੀਆਂ ਨੇ, ਬੂਰੀ ਦਿਹਾਂਗ, ਧਾਨਸਰੀ, where the important right bank tributary are the Subansiri, Manas and Sauk. World's largest river island, important point, question ਆਉਂਦਾ ਇੱਥੋਂ। World's largest river island Manjuli located in Assam state, ਕਿਹੜੀ ਸਟੇਟ ਵਿੱਚ ਹੈ ਜੀ, ਅਸਾਮ ਸਟੇਟ ਦੇ ਵਿੱਚ ਹੈ। ਔਰ ਕਿਸ ਰਿਵਰ ਦੇ ਦੁਆਰਾ ਬਣਾਇਆ ਜਾਂਦਾ ਹੈ, ਬ੍ਰਹਮਪੁੱਤਰਾ ਰਿਵਰ ਦੇ ਦੁਆਰਾ ਇਹ ਬਣਾਇਆ ਜਾਂਦਾ ਹੈ। ਰਿਵਰ ਆਈਲੈਂਡ ਹੈ, ਇਸ ਕਰਕੇ ਇਹਦੇ ਤੋਂ ਸਵਾਲ ਤੁਹਾਨੂੰ ਜਰਨਲੀ ਜਿਹੜੇ ਨੇ ਉਹ ਪੁੱਛਿਆ ਜਾਂਦਾ ਹੈ ਬੇਟੇ।
ਬ੍ਰਹਮਪੁੱਤਰਾ ਐਂਟਰਸ ਇਨਟੂ ਬੰਗਲਾਦੇਸ਼ ਨੀਅਰ ਧੂਬਰੀ, ਅਸਾਮ ਦੇ ਵਿੱਚ ਜਗ੍ਹਾ ਹੈ। ਉਸ ਤੋਂ ਬਾਅਦ ਇਹ ਬੰਗਲਾਦੇਸ਼ ਦੇ ਵਿੱਚ ਚਲੇ ਜਾਂਦੀ ਹੈ। ਇਟ ਫਾਈਨਲੀ ਮਰਜ ਵਿਦ ਰਿਵਰ ਪਦਮਾ ਵਿਚ ਫਾਲ ਇਨ ਦਾ ਬੇ ਆਫ ਬੰਗਾਲ। ਦੇਖੋ ਜਦੋਂ ਬੰਗਲਾਦੇਸ਼ ਦੇ ਵਿੱਚ ਬ੍ਰਹਮਪੁੱਤਰਾ ਐਂਟਰ ਕਰਦੀ ਹੈ, ਸਪੋਜ਼ ਕਰੋ ਇਹ ਹੈ ਤੁਹਾਡੀ ਬੰਗਲਾਦੇਸ਼ ਸਟੇਟ, ਠੀਕ ਹੈ। ਇੱਧਰ ਤੋਂ ਇੰਡੀਆ ਦੇ ਵਿੱਚੋਂ ਦੀ ਆ ਰਹੀ ਹੈ ਬੇਟੇ ਗੰਗਾ, ਇਸ ਤਰੀਕੇ ਨਾਲ ਇਹ ਐਂਟਰ ਕਰ ਗਈ ਬੰਗਲਾਦੇਸ਼ ਦੇ ਵਿੱਚ। ਇੱਧਰ ਤੋਂ ਆ ਰਹੀ ਹੈ ਬ੍ਰਹਮਪੁੱਤਰਾ ਰਿਵਰ, ਇਹ ਦੋਨੋਂ ਇੱਥੇ ਮਿਲ ਜਾਂਦੀਆਂ ਨੇ ਔਰ ਫਿਰ ਅੱਗੇ ਜਿਹੜੀ ਉਹ ਬੇ ਆਫ ਬੰਗਾਲ ਦਾ, ਇੱਥੋਂ ਜਿਹੜਾ ਹੈ ਉਹ ਬੇ ਆਫ ਬੰਗਾਲ ਦਾ ਸੁੰਦਰਬਨ ਜਿਹੜਾ ਡੈਲਟਾ ਹੈ ਉਹ ਬਣਾ ਦਿੰਦੀਆਂ ਨੇ, ਠੀਕ ਹੈ। ਨੈਕਸਟ ਆ ਜਾਂਦਾ ਹੈ ਬੇਟੇ ਤੁਹਾਡੇ ਕੋਲ ਅੱਗੇ ਸੈਕਸ਼ਨਲ ਰੀਕੈਪ, ਜੋ ਤੁਸੀਂ ਪੜ੍ਹ ਕੇ ਆਓ ਇੱਕ ਵਾਰ ਜਸਟ ਉਸ ਨੂੰ ਚੈੱਕ ਕਰੋ, ਰੀਕਾਲ ਕਰੋ ਕਿ ਤੁਸੀਂ ਵਾਕਿਆ ਕੀ ਸਿੱਖਿਆ। ਤਾਂ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਕੁਐਸਚਨ ਕਿਹਾ ਸੀ ਨਾ, ਆ ਜਾਂਦੇ ਨੇ ਜਿਵੇਂ ਤੁਹਾਡੇ ਪੈਟਰਨ ਦੀ ਰਿਸੈਂਬਲਿੰਗ ਜਿਹੜੀ ਹੈ, ਕਹਿੰਦੇ ਕਿ ਇੱਕ ਡਿਸਕ੍ਰਾਈਬ ਕਰੋ ਡਰੇਨੇਜ ਪੈਟਰਨ ਜਿਸ ਦੀ ਰਿਸੈਂਬਲਿੰਗ ਹੁੰਦੀ ਹੈ ਬ੍ਰਾਂਚਸ ਆਫ ਟਰੀ, ਜਿਹੜਾ ਟਰੀ ਦੀ ਤਰ੍ਹਾਂ ਨਾਲ ਆਪਣੇ ਆਪ ਨੂੰ ਰਿਸੈਂਬਲ ਕਰਦਾ ਹੈ। ਤਾਂ ਆਪਾਂ ਇਸ ਨੂੰ ਹੁਣੇ ਤੁਸੀਂ ਪੜ੍ਹ ਕੇ ਆਏ ਹੋ ਕਿ ਉਹ ਕਿਹੜਾ ਆਉਂਦਾ ਹੈ, ਆਪਸ਼ਨ ਏ, ਬੀ, ਸੀ ਜਾਂ ਡੀ ਕੀ ਆਏਗਾ। ਤਾਂ ਸਾਡੀ ਤੁਹਾਡੀ ਜਿਹੜੀ ਰਾਈਟ ਆਪਸ਼ਨ ਹੈ ਉਹ ਹੈ ਜੀ ਬੇਟੇ ਬੀ। ਨੈਕਸਟ ਆ ਜਾਂਦਾ ਜੀ ਰਿਵਰ ਜਮੁਨਾ ਜੁਆਇਨ ਦਾ ਗੰਗਾ ਐਟ, ਜਮੁਨਾ ਰਿਵਰ ਜਿਹੜੀ ਹੈ ਉਹ ਗੰਗਾ ਨੂੰ ਮਿਲਦੀ ਹੈ। ਹੁਣੇ ਆਪਾਂ ਯਾਦ ਕੀਤਾ ਪ੍ਰਯਾਗ ਦੇ ਵਿੱਚ, ਪ੍ਰਯਾਗ ਜਿਹੜਾ ਹੈ ਉਹ ਕਿਹਦਾ ਨਾਮ ਹੈ, ਨਵਾਂ ਇਲਾਹਾਬਾਦ ਦਾ। ਨੈਕਸਟ ਬੇਟੇ ਆ ਜਾਂਦਾ ਹੈ ਤੁਹਾਡੇ ਕੋਲ ਸਤਲੁਜ ਐਂਡ ਬਿਆਸ ਮੀਟ ਐਟ, ਪੰਜਾਬ ਦੇ ਵਿੱਚ ਜੀ ਤਰਨਤਾਰਨ ਡਿਸਟ੍ਰਿਕਟ, ਜਗ੍ਹਾ ਦਾ ਨਾਮ ਹੈ ਹਰੀਕੇ ਪੱਤਨ। ਉਸ ਤੋਂ ਬਾਅਦ ਬੇਟੇ ਆ ਜਾਂਦਾ ਹੈ ਮਾਂਜੁਲੀ ਆਈਲੈਂਡ, ਇਹ ਵੀ ਆਪਾਂ ਜਸਟ ਰਾਈਟ ਨਾਓ ਡਿਸਕਸ ਕੀਤਾ ਕਿਸ ਸਟੇਟ ਵਿੱਚ ਆਉਂਦਾ ਹੈ, ਅਸਾਮ ਸਟੇਟ ਦੇ ਵਿੱਚ। ਔਰ ਕਿਹੜੀ ਰਿਵਰ ਇਸ ਨੂੰ ਫਾਰਮ ਕਰਦੀ ਹੈ, ਬ੍ਰਹਮਪੁੱਤਰਾ ਰਿਵਰ ਜਿਹੜੀ ਉਹ ਇਸ ਨੂੰ ਫਾਰਮ ਕਰਦੀ ਹੈ। ਪੈਨਿਸੂਲਰ ਰਿਵਰ ਦੇ ਬਾਰੇ ਅੱਗੇ ਆਪਾਂ ਡਿਸਕਸ ਕਰਦੇ ਹਾਂ ਬੱਚੇ। ਪੈਨਿਸੂਲਰ ਰਿਵਰ ਜਿਹੜੇ ਨੇ ਉਹ ਕਿਹੜੇ ਕਿਹੜੇ ਨੇ ਔਰ ਕਿਵੇਂ ਉਹਨਾਂ ਨੂੰ ਆਪਾਂ ਜਿਹੜਾ ਹੈ ਉਹ ਡਿਵਾਈਡ ਕਰਦੇ ਹਾਂ ਕਿਹੜੇ ਕਿਹੜੇ ਪਾਰਟ ਦੇ ਵਿੱਚ। ਪੈਨਿਸੂਲਰ ਰਿਵਰ ਦੀ ਬੇਟੇ ਆਪਾਂ ਅਗਰ ਗੱਲ ਕਰਦੇ ਹਾਂ ਤਾਂ ਦੇਖੋ ਇਹ ਤੁਹਾਡੇ ਕੋਲ ਦੋ ਤਰ੍ਹਾਂ ਨਾਲ ਆਉਂਦੇ ਨੇ, ਵੈਸਟ ਫਲੋਇੰਗ ਐਂਡ ਈਸਟ ਫਲੋਇੰਗ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਈਸਟ ਫਲੋਇੰਗ ਰਿਵਰਸ ਦੀ। ਈਸਟ ਫਲੋਇੰਗ ਰਿਵਰ ਦੇ ਵਿੱਚੋਂ ਸਭ ਤੋਂ ਪਹਿਲਾਂ ਬੇਟੇ ਇਹ ਆਉਂਦਾ ਹੈ ਲੂਨੀ ਰਿਵਰ। ਲੂਨੀ ਰਿਵਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਤੁਹਾਡੀ ਰਾਜਸਥਾਨ ਦੇ ਵਿੱਚ ਫਲੋ ਕਰਨ ਵਾਲੀ ਰਿਵਰ ਹੈ ਬੇਟਾ। ਔਰ ਇਹ ਜਿਹੜੀ ਰਿਵਰ ਹੈ ਇੱਕ ਤਰ੍ਹਾਂ ਨਾਲ ਲੈਂਡ ਲੌਕ ਰਿਵਰ ਹੈ। ਇਹਦਾ ਲੈਂਡ ਲੌਕ ਰਿਵਰ ਦਾ ਮਤਲਬ ਹੁੰਦਾ ਜਿਸ ਰਿਵਰ ਦਾ ਪਾਣੀ ਜਿਹੜਾ ਹੈ ਉਹ ਸਮੁੰਦਰ ਤੱਕ ਨਹੀਂ ਪਹੁੰਚਦਾ, ਪਹਿਲਾਂ ਹੀ ਸੁੱਕ ਜਾਂਦੀ ਹੈ। ਰੇਗਿਸਤਾਨ ਦੇ ਵਿੱਚ ਵਗਣ ਵਾਲੀ ਜਿਹੜੀ ਉਹ ਰਿਵਰ ਇਹੀ ਹੈ ਲੂਨੀ। ਉਸ ਤੋਂ ਬਾਅਦ ਆਉਂਦੀ ਹੈ ਜੀ ਸਾਬਰਮਤੀ। ਸਾਬਰਮਤੀ ਰਿਵਰ ਗੁਜਰਾਤ ਦੇ ਵਿੱਚ ਫਲੋ ਕਰਦੀ ਹੈ ਬੇਟਾ ਔਰ ਇਹ ਵਰਲਡ ਦੀ ਸਭ ਤੋਂ ਵੱਧ ਪੋਲਿਊਟਡ ਰਿਵਰ ਹੈ। ਦੈਨ ਮਾਹੀ ਔਰ ਇਹ ਰਹੀ ਤੁਹਾਡੀ ਨਰਮਦਾ ਰਿਵਰ। ਨਰਮਦਾ ਰਿਵਰ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਸੀ, ਇਹ ਜਿਹੜੀ ਹੈ ਇੱਕ ਜਿਹੜੇ ਤੁਹਾਡੇ ਆ ਜਾਂਦੇ ਨੇ ਸਭ ਤੋਂ ਵੱਧ ਸਟ੍ਰੇਟ ਲਾਈਨ ਦੇ ਵਿੱਚ ਚੱਲਣ ਵਾਲੀ ਰਿਵਰ ਹੈ ਬੇਟਾ ਔਰ ਇਹ ਐਸਚੁਰੀ ਦੀ ਫਾਰਮੇਸ਼ਨ ਕਰਦੀ ਹੈ, ਠੀਕ ਹੈ। ਇਸ ਚੀਜ਼ ਨੂੰ ਯਾਦ ਰੱਖਿਓ। ਇੱਥੇ ਹੀ ਤੁਹਾਡੀਆਂ ਜਿਹੜੀਆਂ ਉਹ ਦੋ ਹਿਲਸ ਆਉਂਦੀਆਂ ਨੇ, ਉਹਨਾਂ ਹਿਲਸ ਦੇ ਵਿਚਕਾਰ ਜਿਹੜੀਆਂ ਬਣੀ ਹੋਈ ਤੁਹਾਡੀ ਜਿਹੜੀ ਉਹ ਬਣੀ ਹੋਈ ਹੈ ਖਾਈ, ਉਸ ਦੇ ਵਿੱਚ ਇਹ ਵਗਦੀਆਂ ਨੇ ਨਰਮਦਾ ਰਿਵਰ ਔਰ ਤਾਪਤੀ ਰਿਵਰ। ਇਹ ਦੋਨੋਂ ਹੀ ਜਿਹੜੀਆਂ ਨੇ ਵੈਸਟ ਵੱਲ ਫਲੋ ਕਰਦੀਆਂ ਨੇ ਔਰ ਦੋਨੋਂ ਹੀ ਜਿਹੜੀਆਂ ਨੇ ਐਸਚੁਰੀ ਦੀ ਫਾਰਮੇਸ਼ਨ ਕਰਦੀਆਂ ਨੇ। ਉਸ ਤੋਂ ਬਾਅਦ ਬੇਟੇ ਨੈਕਸਟ ਅਗਰ ਆਪਾਂ ਗੱਲ ਕਰਦੇ ਹਾਂ ਵੈਸਟ ਵੱਲ ਫਲੋ ਕਰਨ ਵਾਲੀਆਂ ਰਿਵਰਸ ਦੀ, ਜਿਹੜੀ ਵੈਸਟ ਫਲੋਇੰਗ ਦੇ ਵਿੱਚ ਦੇਖੋ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ ਔਰ ਕਵੇਰੀ। ਤਾਂ ਅਗਰ ਆਪਾਂ ਗੱਲ ਕਰਦੇ ਹਾਂ ਮਹਾਨਦੀ ਦੀ ਤਾਂ ਉਹ ਇੱਥੇ ਆ ਰਹੀਆਂ ਜੀ, ਇਹ ਵਾਲੀ ਰਿਵਰ ਮਹਾਨਦੀ ਹੈ। ਦੈਨ ਇਹ ਦੇਖੋ ਬੇਟਾ ਇਹ ਗੋਦਾਵਰੀ ਰਿਵਰ ਹੈ ਜਿਸ ਨੂੰ ਤੁਸੀਂ ਜਾਣਦੇ ਹੋ ਓਲਡ ਗੰਗਾ ਦੇ ਨਾਮ ਨਾਲ ਵੀ। ਉਸ ਤੋਂ ਬਾਅਦ ਨੈਕਸਟ ਇਹ ਜਿਹੜੀ ਰਿਵਰ ਹੈ ਇਹ ਆ ਜਾਂਦੀ ਹੈ ਤੁਹਾਡੀ ਕ੍ਰਿਸ਼ਨਾ, ਇਸ ਨੂੰ ਬੋਲਿਆ ਜਾਂਦਾ ਸਾਊਥ ਇੰਡੀਆਜ਼ ਗੰਗਾ। ਉਸ ਤੋਂ ਬਾਅਦ ਇਹ ਆ ਗਈ ਰਿਵਰ ਕਵੇਰੀ। ਕਵੇਰੀ ਰਿਵਰ ਤੋਂ ਤੁਹਾਨੂੰ ਕੁਐਸਚਨ ਆਉਂਦਾ ਹੈ ਕਿਉਂਕਿ ਤਾਮਿਲਨਾਡੂ ਔਰ ਕਰਨਾਟਕ ਦੇ ਵਿਚਕਾਰ ਜਿਹੜਾ ਹੈ ਇਸ ਦੀ ਪਾਣੀ ਦੀ ਡਿਵੀਜ਼ਨ ਨੂੰ ਲੈ ਕੇ, ਪਾਣੀ ਦੀ ਵੰਡ ਨੂੰ ਲੈ ਕੇ ਲੜਾਈ ਚੱਲਦੀ ਹੈ। ਜਿਵੇਂ ਬੇਸ਼ੱਕ ਪੰਜਾਬ ਔਰ ਹਰਿਆਣਾ ਦੇ ਵਿਚਕਾਰ ਇਹ ਜਿਹੜਾ ਡਿਸਪਿਊਟ ਚੱਲਦਾ ਹੈ ਨਾ ਪਾਣੀ ਦੀ ਵੰਡ ਨੂੰ ਲੈ ਕੇ, ਉਸੇ ਤਰੀਕੇ ਨਾਲ ਹੀ ਇੱਥੇ ਬੇਟਾ ਕਵੇਰੀ ਰਿਵਰ ਦੇ ਪਾਣੀ ਦੀ ਵੰਡ ਨੂੰ ਲੈ ਕੇ ਕਰਨਾਟਕ ਔਰ ਤਾਮਿਲਨਾਡੂ ਜਿਹੜੇ ਨੇ ਦੋਨੋਂ ਸਟੇਟਸ ਦੇ ਵਿਚਕਾਰ ਆਪਸ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਉਹ ਚੱਲਦਾ ਰਹਿੰਦਾ ਹੈ। ਨੈਕਸਟ ਬੱਚੇ ਆ ਜਾਂਦੀਆਂ ਨੇ ਲੇਕਸ। ਲੇਕਸ ਕਿਹੜੀਆਂ ਨੇ, ਇੱਕ ਬਹੁਤ ਵੱਡੀਆਂ ਲਾਰਜ ਵਾਟਰ ਬੋਡੀਜ਼ ਹੁੰਦੀਆਂ ਨੇ ਜਿਹੜੇ ਦਰਿਆਵਾਂ ਦੇ ਦੁਆਰਾ ਪਾਣੀ ਨਾਲ ਭਰੀਆਂ ਜਾਂਦੀਆਂ ਨੇ। ਨੈਚੁਰਲ ਵੀ ਹੋ ਜਾਂਦੀਆਂ ਨੇ, ਮੈਨ ਮੇਡ ਵੀ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਮੈਨ ਮੇਡ ਦੀ ਗੱਲ ਕਰਦੇ ਹਾਂ, ਗੋਬਿੰਦ ਸਾਗਰ ਲੇਕ ਜਿਹੜੀ ਭਾਖੜਾ ਨੰਗਲ ਡੈਮ ਦੇ ਉੱਪਰ ਬਣੀ ਹੋਈ ਹੈ ਉਹ ਮੈਨ ਮੇਡ ਹੈ।
ਬਾਕੀ ਜਿਹੜੀਆਂ ਲੇਕਸ ਹੁੰਦੀਆਂ ਨੇ ਕੁਝ ਉਹ ਨੈਚੁਰਲਸ ਵੀ ਹੁੰਦੀਆਂ ਨੇ, ਜਿਹੜੀਆਂ ਕੁਦਰਤੀ ਬਣਦੀਆਂ ਨੇ। ਲੇਕਸ ਦੀ ਇੰਪੋਰਟੈਂਸ ਬੇਟੇ ਉਹ ਕੀ ਹੈ? ਲੇਕ ਹੈਲਪ ਟੂ ਰੈਗੂਲੇਟ ਦਾ ਫਲੋ ਆਫ ਅ ਰਿਵਰ ਡਿਊਰਿੰਗ ਹੈਵੀ ਰੇਨਫਾਲ। ਬਹੁਤ ਜ਼ਿਆਦਾ ਜਦੋਂ ਮੀਂਹ ਪੈਂਦਾ ਹੈ ਤਾਂ ਇਹ ਉਸ ਪਾਣੀ ਨੂੰ ਸੰਭਾਲ ਲੈਂਦੀਆਂ ਨੇ, ਜਿਹਦੇ ਨਾਲ ਜਿਹੜੇ ਨੇ ਉਹ ਅੱਗੇ ਜਿਹੜੇ ਨੇ ਪੁੱਤਰ ਫਲੱਡ ਵਗੈਰਾ ਜਿਹੜੇ ਆਉਣ ਦੇ ਨੇ ਉਹ ਚਾਂਸਸ ਘੱਟ ਜਾਂਦੇ ਨੇ। ਔਰ ਡਿਊਰਿੰਗ ਦਾ ਡਰਾਈ ਸੀਜ਼ਨ ਜਿਹੜਾ ਹੈ ਇਹ ਆਪਣੇ ਪਾਣੀ ਦੇ ਨਾਲ ਰਿਵਰ ਦਾ ਜਿਹੜਾ ਹੈ ਫਲੋ ਮੇਨਟੇਨ ਕਰਕੇ ਰੱਖਦੀਆਂ ਨੇ, ਰਾਈਟ। ਸੋ ਕੈਨ ਆਲਸੋ ਬੀ ਯੂਜ਼ ਫॉर ਡਿਵੈਲਪਿੰਗ ਹਾਈਡਲ ਪਾਵਰ। ਹਾਈਡਲ ਪਾਵਰ ਨੂੰ ਜਿਹੜੀ ਉਹ ਪੈਦਾ ਕਰਨ ਦੇ ਲਈ ਇੱਥੋਂ ਆਪਾਂ ਪਾਣੀ ਲੈ ਸਕਦੇ ਹਾਂ। ਇਨਹਾਂਸ ਨੈਚੁਰਲ ਬਿਊਟੀ, ਹੈਲਪ ਡਿਵੈਲਪਿੰਗ ਇਨ ਟੂਰਿਜ਼ਮ। ਨੈਚੁਰਲ ਬਿਊਟੀ ਨੂੰ ਇਨਹਾਂਸ ਕਰਦੀਆਂ ਨੇ, ਸਾਨੂੰ ਦੇਖ ਕੇ ਉਹਨਾਂ ਦੇ ਉਸ ਵਿਊ ਨੂੰ ਦੇਖ ਕੇ ਮਜ਼ਾ ਆਉਂਦਾ ਹੈ ਔਰ ਲੋਕ ਉੱਥੇ ਘੁੰਮਣ ਫਿਰਨ ਲਈ ਆਉਂਦੇ ਨੇ, ਟੂਰਿਜ਼ਮ ਪ੍ਰਮੋਟ ਹੁੰਦਾ ਹੈ। ਕੁਝ ਇੰਪੋਰਟੈਂਟ ਲੇਕਸ ਜਿਨ੍ਹਾਂ ਤੋਂ ਤੁਹਾਨੂੰ ਕੁਐਸਚਨ ਆਉਂਦੇ ਨੇ, ਇਹ ਆਉਂਦੀਆਂ ਨੇ ਲੈਗੂਨ ਲੇਕਸ। ਲੈਗੂਨ ਲੇਕਸ ਕੀ ਹੁੰਦੇ ਨੇ? ਸਪੋਜ਼ ਇਹ ਆ ਰਹੀ ਹੈ ਸਾਡੀ ਕੋਸਟ ਲਾਈਨ, ਠੀਕ ਹੈ, ਕੋਸਟ ਲਾਈਨ ਆ ਰਹੀ ਹੈ ਇਹ ਵਾਲੀ ਬੇਟਾ ਜਿਹੜੀ, ਤਾਂ ਇੱਥੇ ਇਸ ਤਰੀਕੇ ਦੇ ਨਾਲ ਦੇਖੋ, ਇਸ ਤਰੀਕੇ ਨਾਲ ਇਵੇਂ ਜਿਹੜਾ ਉਹ ਲੇਕ ਬਣੀ ਹੋਈ ਹੈ। ਇਹ ਇੱਧਰ ਹੈ ਕੀ ਹੈ? ਸੀ ਤੁਹਾਡਾ, ਰਾਈਟ। ਤਾਂ ਸੀ ਦਾ ਪਾਣੀ ਜਿਹੜਾ ਹੈ ਨਾ ਇਸ ਪਤਲੀ ਜੀ ਗਲੀ ਥਾਣੀ ਜਿਹੜਾ ਹੈ ਅੱਗੇ ਗਿਆ ਹੁੰਦਾ ਹੈ ਲੈਂਡ ਦੇ ਮੇਨ ਪੋਰਸ਼ਨ ਵੱਲ। ਤਾਂ ਇਹ ਜਿਹੜਾ ਇਹ ਵਾਲਾ ਤੁਹਾਡਾ ਸਟਰਕਚਰ ਬਣ ਰਿਹਾ ਹੈ ਨਾ, ਦਿਸ ਵਨ, ਇਹਨੂੰ ਬੇਟੇ ਆਪਾਂ ਬੋਲਦੇ ਹਾਂ ਲੈਗੂਨ ਲੇਕ। ਤਾਂ ਸਭ ਤੋਂ ਜ਼ਿਆਦੀਆਂ ਜਿਹੜੀਆਂ ਇੰਪੋਰਟੈਂਟ ਲਗੂਨ ਲੇਕਸ ਨੇ ਉਹਨਾਂ ਦੇ ਵਿੱਚੋਂ ਆਉਂਦੀ ਹੈ ਚਿਲਕਾ ਲੇਕ, ਜਿਹੜੀ ਉੜੀਸਾ ਦੇ ਵਿੱਚ ਹੈ। ਇਹਦੇ ਤੋਂ ਤੁਹਾਨੂੰ ਬਹੁਤ ਵਾਰ ਕੁਐਸਚਨ ਆਉਂਦੇ ਨੇ। ਉਸ ਤੋਂ ਬਾਅਦ ਪੁਲੀਕਟ ਲੇਕ ਹੈ ਆਂਧਰਾ ਪ੍ਰਦੇਸ਼ ਦੀ, ਕੋਲਾਰੂ ਲੇਕ ਹੈ ਆਂਧਰਾ ਪ੍ਰਦੇਸ਼ ਦੀ। ਇਹਨਾਂ ਤੋਂ ਤੁਹਾਨੂੰ ਸਵਾਲ ਜਿਹੜੇ ਉਹ ਸਮ ਟਾਈਮ ਆਉਂਦੇ ਨੇ। ਸਾਂਬਰ ਲੇਕ ਰਾਜਸਥਾਨ। ਰੋਲ ਆਫ ਰਿਵਰ ਇਨ ਦਾ ਇਕੋਨਮੀ। ਰਿਵਰ ਜਿਹੜੇ ਨੇ ਉਹ ਸਾਡੀ ਇਕੋਨਮੀ ਨੂੰ ਕਿਵੇਂ ਇਫੈਕਟ ਕਰਦੇ ਨੇ? ਰਿਵਰ ਇਜ਼ ਬੇਸਿਕ ਨੈਚੁਰਲ ਰਿਸੋਰਸ ਅਸੈਂਸ਼ੀਅਲ ਫॉर ਵੇਰੀਅਸ ਹਿਊਮਨ ਐਕਟੀਵਿਟੀ। ਕਿਹੜੀਆਂ? ਯੂਜ਼ਿੰਗ ਰਿਵਰ ਫॉर ਇਰੀਗੇਸ਼ਨ। ਬੱਚੇ ਇਰੀਗੇਸ਼ਨ ਦੇ ਲਈ ਆਪਾਂ ਇਸ ਨੂੰ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਨੈਵੀਗੇਸ਼ਨ, ਹਾਈਡਰੋ ਪਾਵਰ ਜਨਰੇਸ਼ਨ ਦੇ ਲਈ ਇਹਨਾਂ ਦੀ ਆਪਾਂ ਯੂਜ਼ਿੰਗ ਕਰਦੇ ਹਾਂ। ਸੋ ਇਹ ਜਿਹੜੀ ਨੇ ਉਹ ਮੇਨ ਪਰਪਸ ਨੇ ਰਿਵਰਸ ਦੇ, ਸਾਡੀ ਇਕੋਨਮੀ ਨੂੰ ਇਸ ਤਰੀਕੇ ਨਾਲ ਜਿਹੜਾ ਬੈਨੀਫਿਟ ਕਰਦੇ ਨੇ। ਦੇਖੋ ਇਰੀਗੇਸ਼ਨ ਚੱਲ ਰਹੀ ਹੈ ਬੱਚੇ, ਤਾਂ ਖੇਤਾਂ ਨੂੰ ਪਾਣੀ ਲਗਾਉਣ ਦੇ ਲਈ ਜਿਹੜਾ ਹੈ ਉਹ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ। ਇੰਡੀਆ ਜਿਹੜਾ ਹੈ ਉਹ ਇੱਕ ਐਗਰੀਕਲਚਰਲ ਕੰਟਰੀ ਹੈ। ਬਹੁਤ ਸਾਰਾ ਜਿਹੜਾ ਇੱਥੇ ਲੋਕ ਜਿਹੜੇ ਨੇ ਉਹ ਐਗਰੀਕਲਚਰ 'ਤੇ ਡਿਪੈਂਡ ਕਰਦੇ ਨੇ ਔਰ ਉਹਨਾਂ ਦੇ ਕੋਲ ਇਰੀਗੇਸ਼ਨ ਦੇ ਸੋਰਸਸ ਵੀ ਨਹੀਂ ਹੁੰਦੇ, ਤਾਂ ਉਹਨਾਂ ਨੂੰ ਆਪਾਂ ਇਰੀਗੇਸ਼ਨ ਦੇ ਸੋਰਸਸ ਪ੍ਰੋਵਾਈਡ ਕਰਵਾਉਂਦੇ ਹਾਂ ਦਰਿਆਵਾਂ ਦੇ ਦੁਆਰਾ। ਨੈਵੀਗੇਸ਼ਨ, ਬਹੁਤ ਜ਼ਿਆਦਾ ਬਲਕੀ ਲੋਡ ਨੂੰ ਟਰਾਂਸਪੋਰਟ ਕਰਨ ਦੇ ਲਈ ਜਿਹੜਾ ਹੈ ਅਸੀਂ ਰਿਵਰਸ ਜਿਹੜੇ ਨੇ ਰਿਵਰ ਰੂਟ ਉਹਨਾਂ ਦਾ ਇਸਤੇਮਾਲ ਕਰਦੇ ਹਾਂ। ਹਾਈਡਰੋ ਪਾਵਰ, ਇਲੈਕਟ੍ਰਿਸਿਟੀ ਜਨਰੇਟ ਕਰਦੇ ਹਾਂ ਇਹਨਾਂ ਤੋਂ ਆਪਾਂ। ਸੋ ਦੀਜ਼ ਆਰ ਦਾ ਮੇਨ ਇਫੈਕਟ ਔਨ ਇਕੋਨਮੀ। ਟਰਾਂਸਪੋਰਟੇਸ਼ਨ ਜਿਹੜੀ ਹੈ ਉਹ ਵੀ ਇੱਕ ਤਰ੍ਹਾਂ ਦਾ ਰਿਵਰ ਹੀ ਹੈ। ਨੈਵੀਗੇਸ਼ਨ ਦੇ ਵਿੱਚ ਹੀ ਬੇਟੇ ਪੁਆਇੰਟ ਕਵਰ ਹੋ ਜਾਂਦਾ ਹੈ ਸਾਡਾ। ਰਿਵਰ ਪੋਲਿਊਸ਼ਨ, ਦੇਖੋ ਇਹ ਇੱਕ ਇੰਪੋਰਟੈਂਟ ਆਸਪੈਕਟ ਹੈ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਜਿਹੜਾ ਉਹ ਕਾਫੀ ਜ਼ਿਆਦਾ ਵੱਧ ਰਿਹਾ ਹੈ। ਇਸ ਚੀਜ਼ ਨੂੰ ਥੋੜ੍ਹਾ ਜਿਹਾ ਡਿਸਕਸ ਕਰਦੇ ਹਾਂ। ਰਿਵਰ ਪੋਲਿਊਸ਼ਨ ਹੈ ਕੀ? ਵਾਟਰ ਇਜ਼ ਬੀਇੰਗ ਡਰੇਨ ਆਊਟ ਆਫ ਦਾ ਰਿਵਰ ਰਿਡਿਊਸਿੰਗ ਦਾ ਵੋਲਿਊਮ। ਇੱਕ ਤਾਂ ਜਿਹੜਾ ਹੈ ਜਦੋਂ ਆਪਾਂ ਉਹਦੇ ਵਿੱਚੋਂ ਪਾਣੀ ਲੈ ਲੈਂਦੇ ਹਾਂ ਦਰਿਆ ਦੇ ਵਿੱਚੋਂ, ਇਰੀਗੇਸ਼ਨ ਦੇ ਲਈ ਪਰਪਸ ਲਈ ਪਾਣੀ ਕੱਢ ਲਿਆ, ਤਾਂ ਉਹਦੇ ਵਿੱਚ ਜਿਹੜਾ ਰਿਵਰ ਦਾ ਵੋਲਿਊਮ ਹੈ ਉਹ ਰਿਡਿਊਸ ਕਰ ਜਾਂਦਾ ਹੈ ਔਰ ਉਹਦੀ ਵਜ੍ਹਾ ਦੇ ਨਾਲ ਜਿਹੜਾ ਕੁਝ ਕਚਰਾ ਵਗੈਰਾ ਹੈ ਉਹਦੇ ਵਿੱਚ ਜੰਮਣੇ ਸ਼ੁਰੂ ਹੋ ਜਾਂਦੇ ਨੇ। ਹੈਵੀ ਲੋਡ ਆਫ ਅਨਟ੍ਰੀਟਡ ਸੀਵੇਜ ਐਂਡ ਇੰਡਸਟਰੀਅਲ ਇਨਫਲੂਐਂਟ ਆਰ ਐਂਪਟੀਡ ਇਨ ਟੂ ਦਾ ਰਿਵਰਸ, ਦਿਸ ਲੀਡ ਪੋਲਿਊਟਡ ਵਾਟਰ। ਰੀਸੈਂਟ ਇੱਕ ਅੱਜ ਤੋਂ ਕੋਈ 2 ਸਾਲ ਪਹਿਲਾਂ ਆਪਾਂ ਗੁਰਦਾਸਪੁਰ ਦੇ ਵਿੱਚ ਇੱਕ ਇੰਸੀਡੈਂਟ ਹੋਇਆ ਸੀ ਕਾਲਾ ਸੰਘਿਆਂ ਦੇ ਵਿੱਚ, ਜਦੋਂ ਜਿਹੜਾ ਸੀਗਾ ਉਹ ਇੱਕ ਮੈਨੂੰ ਨਾਮ ਯਾਦ ਨਹੀਂ ਆ ਰਿਹਾ ਬੇਟੇ ਜਗ੍ਹਾ ਦਾ, ਕਾਲਾ ਸੰਘਿਆ ਜਾਂ ਕਾਲਾ ਅਫਗਾਨ ਇਸ ਤਰ੍ਹਾਂ ਦਾ ਕੁਝ ਨਾਮ ਸੀਗਾ ਗੁਰਦਾਸਪੁਰ ਦਾ। ਇੱਕ ਉਹ ਡਿਸਟਿਲਰੀ ਸੀਗੀ ਜਿਹਦਾ ਕੁਝ ਪੋਲਿਊਟਡ ਵਾਟਰ ਜਿਹੜਾ ਸੀ ਉਹ ਬਿਆਸ ਦਰਿਆ ਦੇ ਵਿੱਚ ਮਿਲ ਗਿਆ ਸੀ, ਜਿਹਦੀ ਵਜ੍ਹਾ ਦੇ ਨਾਲ ਉਸ ਦਰਿਆ ਦਾ ਜਿਹੜਾ ਪਾਣੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਔਰ ਜਿਹੜੀ ਉਹ ਮਰੀਨ ਲਾਈਫ ਸੀਗੀ ਉਹ ਕਾਫੀ ਜ਼ਿਆਦਾ ਇੰਪੈਕਟਫੁਲ ਹੋਈ ਸੀ। ਉਹਨਾਂ ਦੇ ਵਿੱਚ ਉਹਨਾਂ ਦੀ ਮੌਤ ਵਗੈਰਾ ਹੋ ਗਈ ਸੀਗੀਆਂ, ਜਾਨਵਰ ਵਗੈਰਾ ਜਿਹੜੇ ਜੀਵ ਸੀਗੇ ਜਲਦੇ ਉਹਨਾਂ ਦੀ ਮੌਤ ਹੋ ਗਈ ਸੀਗੀ। ਸੋ ਇਸ ਤਰੀਕੇ ਨਾਲ ਜਦੋਂ ਆਪਾਂ ਪੋਲਿਊਟਡ ਵਾਟਰ ਜਿਹੜਾ ਫੈਕਟਰੀਆਂ ਦੀ ਰਹਿੰਦ ਖੂੰਹਦ ਵਾਲਾ ਪਾਣੀ ਜਾਂ ਸ਼ਹਿਰਾਂ ਦਾ ਗੰਦਾ ਪਾਣੀ ਉਹਦੇ ਵਿੱਚ ਮਿਲਾਉਂਦੇ ਆ ਤਾਂ ਉਹਦੇ ਨਾਲ ਵੀ ਰਿਵਰ ਜਿਹੜੇ ਨੇ ਉਹ ਪੋਲਿਊਟਡ ਹੋ ਜਾਂਦੇ ਨੇ। ਜਮਨਾ ਰਿਵਰ ਇਹਦੀ ਬੈਸਟ ਐਗਜ਼ਾਮਪਲ ਹੈ। ਦਿੱਲੀ ਦੇ ਵਿੱਚ ਜਿਹੜਾ ਬਹੁਤ ਸਾਰਾ ਗੰਦਾ ਪਾਣੀ ਜਿਹੜਾ ਉਹਦੇ ਵਿੱਚ ਮਿਲਾਇਆ ਜਾਂਦਾ ਹੈ ਔਰ ਰਿਵਰ ਜਿਹੜਾ ਉਹ ਪੋਲਿਊਟ ਹੁੰਦਾ ਹੈ। ਰਿਵਰ ਗੰਗਾ ਹੈਵ ਸੈਲਫ ਕਲੀਨਿੰਗ ਕੈਪੈਸਿਟੀ। ਦੇਖੋ ਜਿਹੜੀ ਰਿਵਰ ਗੰਗਾ ਰਿਵਰ ਹੈ ਨਾ ਉਸਦੇ ਪਾਣੀ ਦੇ ਵਿੱਚ ਨਾ ਇੱਕ ਰਾਈਬੋਸੋਮ ਬੈਕਟੀਰੀਆ ਪਾਈ ਜਾਂਦੇ ਨੇ ਬੇਟਾ, ਜਿਹੜੇ ਉਸ ਪਾਣੀ ਨੂੰ ਆਟੋਮੈਟਿਕਲੀ ਕਲੀਅਰ ਕਰਦੇ ਨੇ। ਲੇਕਿਨ ਉਸ ਪਾਣੀ ਨੂੰ ਸਾਫ਼ ਕਰਨ ਦੇ ਲਈ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਜਿਹੜਾ ਉਹ ਕੁਛ ਮਤਲਬ ਟਾਈਮ ਚਾਹੀਦਾ ਹੈ, ਕੁਛ ਸਪੇਸ ਚਾਹੀਦੀ ਹੈ, ਥੋੜ੍ਹਾ ਉਹਨਾਂ ਨੂੰ ਉਹ ਚਾਹੀਦਾ ਹੈ, ਟਾਈਮ ਚਾਹੀਦਾ ਹੈ, ਜਿਹਦੇ ਨਾਲ ਉਹ ਆਪਣੇ ਆਪ ਨੂੰ ਦੁਬਾਰਾ ਤੋਂ ਕਲੀਨ ਕਰ ਲੈਣ। ਲੇਕਿਨ ਹੁਣ ਪੋਲਿਊਸ਼ਨ ਦਾ ਲੈਵਲ ਹੀ ਇੰਨਾ ਵੱਧ ਗਿਆ ਹੈ ਕਿ ਉਹਨਾਂ ਦੀ ਕਲੀਨਿੰਗ ਕਰਨ ਦੀ ਜਿੰਨੀ ਸਮਰੱਥਾ ਹੈ ਨਾ ਉਹਦੇ ਨਾਲੋਂ ਵੀ ਜ਼ਿਆਦਾ ਪੋਲਿਊਸ਼ਨ ਹੋ ਚੁੱਕਾ ਹੈ, ਜਿਹਦੀ ਵਜ੍ਹਾ ਨਾਲ ਉਹ ਦਿੱਕਤ ਆ ਰਹੀ ਹੈ ਕਿ ਗੰਗਾ ਦੇ ਵਿੱਚ ਪੋਲਿਊਸ਼ਨ ਦਾ ਲੈਵਲ ਜਿਹੜਾ ਉਹ ਵੱਧ ਰਿਹਾ ਹੈ। ਓਲਡ ਟਾਈਮਸ 'ਤੇ ਨਾ ਬੇਟਾ ਪੁਰਾਣੇ ਸਮਿਆਂ ਦੇ ਵਿੱਚ ਕਿਹਾ ਜਾਂਦਾ ਸੀ ਗੰਗਾ ਜਲ ਲੋਕ ਘਰ ਦੇ ਵਿੱਚ ਲਿਆ ਕੇ ਰੱਖ ਲੈਂਦੇ ਹੁੰਦੇ ਸੀ, ਉਹ ਕਦੀ ਖਰਾਬ ਨਹੀਂ ਸੀ ਹੁੰਦਾ, ਉਹਦੇ ਵਿੱਚ ਜਾਲਾ ਨਹੀਂ ਸੀ ਪੈਂਦਾ। ਅੱਜ ਦੀ ਡੇਟ ਦੇ ਵਿੱਚ ਤੁਸੀਂ ਕੀ ਕਰਦੇ ਹੋ, ਤੁਸੀਂ ਕਿਸੇ ਵੀ ਸੋਰਸ ਦਾ ਪਾਣੀ ਲੈ ਲਓ,
ਕਿਤੋਂ ਵੀ ਪਾਣੀ ਲੈ ਕੇ ਉਸ ਨੂੰ ਬੋਟਲਸ ਵਗੈਰਾ ਦੇ ਵਿੱਚ ਭਰ ਕੇ ਰੱਖ ਦਿਓ। ਥੋੜ੍ਹੇ ਟਾਈਮ ਦੇ ਬਾਅਦ ਆਟੋਮੈਟਿਕਲੀ ਉਹਦੇ ਵਿੱਚ ਜਿਹੜਾ ਜਾਲਾ ਪੈਦਾ ਜਿਹੜਾ ਉਹ ਹੋ ਜਾਏਗਾ ਹਰੇ ਰੰਗ ਦਾ। ਲੇਕਿਨ ਗੰਗਾ ਰਿਵਰ ਦਾ ਜਿਹੜਾ ਪਾਣੀ ਹੈ, ਸਾਫ਼ ਪਿਓਰ ਪਾਣੀ ਗੰਗਾ ਰਿਵਰ ਦਾ, ਉਹਨੂੰ ਤੁਸੀਂ ਜਿੰਨਾ ਟਾਈਮ ਮਰਜ਼ੀ ਰੱਖ ਛੱਡੋ, ਉਹਦੇ ਵਿੱਚ ਕਦੀ ਵੀ ਜਾਲਾ ਪੈਦਾ ਨਹੀਂ ਸੀ ਹੁੰਦਾ। ਉਹ ਇੱਕ ਖਾਸ ਬੈਕਟੀਰੀਆ ਮਿਲਦਾ ਹੈ ਜਿਹੜਾ ਹਿਊਮਨ ਬੋਡੀ ਦੇ ਲਈ ਬਿਲਕੁਲ ਹਾਨੀਕਾਰਕ ਨਹੀਂ ਹੈ, ਹਾਰਮਫੁਲ ਨਹੀਂ ਹੁੰਦਾ। ਉਸ ਬੈਕਟੀਰੀਆ ਦੀ ਵਜ੍ਹਾ ਦੇ ਨਾਲ ਗੰਗਾ ਦਾ ਪਾਣੀ ਜਿਹੜਾ ਹੈ ਉਹ ਕਲੀਨ ਰਹਿੰਦਾ ਸੀ ਹਮੇਸ਼ਾ ਹੀ। ਇਹ ਸੀਗਾ ਬੇਟੇ ਆਪਣਾ ਅੱਜ ਦਾ ਚੈਪਟਰ। ਇਹਦੇ ਸਾਰੇ ਜਿਹੜੇ ਇੰਪੋਰਟੈਂਟ ਆਸਪੈਕਟ ਆਪਾਂ ਕਵਰ ਕਰ ਲਏ ਨੇ। ਔਰ ਅਗਰ ਤੁਹਾਨੂੰ ਸਾਡੀ ਟੀਮ ਦੇ ਵੱਲੋਂ ਕੀਤੇ ਗਏ ਐਫਰਟਸ ਜਿਹੜੇ ਨੇ ਉਹ ਪਸੰਦ ਆ ਰਹੇ ਨੇ, ਤੇ ਦੈਨ ਪਲੀਜ਼ ਸਾਡੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਔਰ ਨਾਲ ਦੀ ਨਾਲ ਹੀ ਆਪਣੇ ਦੂਸਰੇ ਜਿਹੜੇ ਤੁਹਾਡੇ ਸਟੂਡੈਂਟਸ ਸਾਥੀ ਨੇ ਉਹਨਾਂ ਦੇ ਨਾਲ ਵੀ ਇਸ ਨੂੰ ਜ਼ਰੂਰ ਸ਼ੇਅਰ ਕਰੋ। ਥੈਂਕ ਯੂ ਬੇਟਾ, ਹੈਵ ਅ ਗ੍ਰੇਟ ਟਾਈਮ, ਥੈਂਕਸ ਅ ਲੋਟ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ।